ਮੁੱਢ ਤੋਂ ਹੀ ਸ਼ਹੀਦ ਸਿੰਘ ਧਰਮ ਵਾਸਤੇ ਆਪਣੀਆਂ ਜਾਨਾਂ ਵਾਰਦੇ ਰਹੇ, ਸੱਚ ਤੇ ਪਹਿਰਾ ਦਿੰਦੇ ਰਹੇ ਔਰ ਵੱਡੇ ਵੱਡੇ ਭਾਰੀ ਕਸ਼ਟ ਉਹਨਾਂ ਨੇ ਸਹਾਰੇ। ਬਾਬੇ ਬੰਦੇ ਬਹਾਦਰ ਨੇ ਵੀ ਦਿੱਲੀ ਦੇ ਵਿੱਚ ਆਪਣੇ ਸਾਥੀ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਸਰਕਾਰ ਨੇ ਬੰਦਈਆਂ ਦਾ ਤੇ ਤੱਤ ਖਾਲਸੇ ਦਾ ਝਗੜਾ ਕਰਵਾ ਦਿੱਤਾ। ਸ੍ਰੀ ਅੰਮ੍ਰਿਤਸਰ ਦੀਪਮਾਲਾ ਦੇ ਮੇਲੇ ਤੇ ਦੋਵਾਂ ਸੰਪਰਦਾਵਾਂ ਦੀ, ਤੱਤ ਖਾਲਸੇ ਦੀ ਤੇ ਬੰਦਈ ਖਾਲਸੇ ਦੀ ਲੜਾਈ ਕਰਵਾਈ। ਯਤਨ ਹੋਇਆ ਵੀ ਇਸ ਆਪਸ 'ਚ ਲੜ ਕੇ ਮਾਰੇ ਜਾਣ, ਪਰ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਕਾਹਨ ਸਿੰਘ ਜੀ ਔਰ ਬਾਬਾ ਵਿਨੋਦ ਸਿੰਘ ਜੀ, ਜਥੇਦਾਰ ਬਾਬਾ ਦਰਬਾਰਾ ਸਿੰਘ ਜੀ, ਸਿਆਣੇ ਸਿੰਘਾਂ ਦੇ ਯਤਨਾਂ ਨਾਲ ਇਹ ਲੜਾਈ ਕਾਫੀ ਹੱਦ ਤੱਕ ਟਲ ਗਈ, ਕਿਉਂਕਿ ਬੰਦਈ ਖਾਲਸੇ ਵਾਲੇ ਜਿਹੜੇ ਸਨ ਉਹ ਕਹਿੰਦੇ ਸਨ ਵੀ ਅਸੀਂ ਲਾਲ ਕੱਪੜੇ ਪਹਿਨਣੇ, ਨੀਲੇ ਵਸਤਰ ਨਹੀਂ ਪਹਿਨਣੇ ਔਰ ਸ਼ਿਕਾਰ ਖੇਡ ਕੇ ਜੋ ਖਾਲਸਾ ਛਕਦਾ ਹੈ ਇਹ ਵੀ ਨਹੀਂ ਛਕਣ ਦੇਣਾ। ਤੇ ਇਸੇ ਤਰ੍ਹਾਂ ਹੀ ਬੰਦਈ ਖਾਲਸੇ ਵਾਲੇ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਤੇ ਫਤਿਹ ਦਰਸ਼ਨੀ ਬੁਲਾਣੀ ਹੈ। ਭਾਈ ਮਨੀ ਸਿੰਘ ਜੀ ਨੇ ਦੋਵਾਂ ਧਿਰਾਂ ਨੂੰ ਸਮਝਾਇਆ ਵੀ ਆਪਸ ਵਿੱਚ ਭਰਾਵਾਂ ਦੀ ਤਰ੍ਹਾਂ ਲਓ, ਲੜਾਈ ਨਾ ਕਰੋ, ਪਰ ਇਹ ਝਗੜਾ ਵੱਧ ਗਿਆ ਜਦੋਂ ਫਤਿਹ ਵਾਹਿਗੁਰੂ ਜੀ ਕੀ ਤੇ ਫਤਿਹ ਦਰਸ਼ਨੀ, ਬੰਦਈਆਂ ਦੀ ਫਤਿਹ ਦਰਸ਼ਨੀ ਤੇ ਸਿੰਘਾਂ ਦੀ ਵਾਹਿਗੁਰੂ ਜੀ ਕੀ, ਤੱਤ ਖਾਲਸੇ ਦੀ। ਦੋਵੇਂ ਚਿੱਠੀਆਂ ਦੇ ਲਿਖ ਕੇ ਹਰ ਕੀ ਪੌੜੀ ਦੇ ਵਿੱਚ ਜਲ ਵਿੱਚ ਪਾਈਆਂ ਗਈਆਂ। ਭਾਈ ਮਨੀ ਸਿੰਘ ਨੇ ਕਿਹਾ ਵੀ ਜਿਹਦੀ ਚਿੱਠੀ ਤਾਰ ਆਈ ਉਹਦੇ ਹੱਕ ਵਿੱਚ ਗੁਰੂ ਦਾ ਫੈਸਲਾ ਹੋਵੇਗਾ। ਜਦੋਂ ਇਹ ਦੋਵੇਂ ਚਿੱਠੀਆਂ ਕਹਿੰਦੇ ਇੱਕ ਵਾਰੀ ਤਾਂ ਥੱਲੇ ਡੁੱਬ ਗਈਆਂ, ਦੋਵੇਂ ਪਾਸੇ ਦੇ ਮੁਖੀ ਸਿੰਘ ਖੜੇ ਸਨ, ਬੜੀ ਨਿਰਾਸ਼ਤਾ ਹੋਈ। ਪਰ ਕੁਝ ਮਿੰਟਾਂ ਬਾਅਦ 10-15 ਮਿੰਟਾਂ ਬਾਅਦ ਫਤਿਹ ਦਰਸ਼ਨੀ ਉੱਪਰ ਤਰ ਕੇ ਆ ਗਈ। ਤੱਤ ਖਾਲਸੇ ਨੇ ਖੁਸ਼ੀਆਂ ਦੇ ਜੈਕਾਰੇ ਗਜਾ ਦਿੱਤੇ ਤੇ ਬੰਦਈ ਬੜੇ ਨਿਮੋ ਝੂਣੇ ਹੋ ਕੇ ਬਾਹਰ ਨੂੰ ਤੁਰ ਪਏ ਔਰ ਫਿਰ ਬਹੁਤ ਸਮਾਂ ਇਹ ਥੋੜਾ ਜਿਹਾ ਆਪਸ ਵਿੱਚ ਝਗੜਾ ਰਿਹਾ। ਬੰਦਈ ਖਾਲਸੇ ਵਾਲੇ ਵੀ ਸਿੰਘਾਂ 'ਚ ਰਲਣ ਲੱਗ ਪਏ ਜਿਹੜੇ ਸਿਆਣੇ ਸਨ, ਜਿਹੜੇ ਕੋਲ ਅੜੀਅਲ ਸਨ, ਜਿਵੇਂ ਇਹ ਖੇਮ ਕਰਨ ਵਾਲਾ ਅਮਰ ਸਿੰਘ, ਉਹ ਕਹਿੰਦੇ ਆ ਸਿੰਘਾਂ ਨਾਲ ਲੜ ਪਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਮਾਰਿਆ ਗਿਆ। ਆਪਸ ਵਿੱਚ ਇਹ ਤਲਵਾਰ ਖੜਕੀ, ਇਹ ਸਰਕਾਰ ਦੀ ਚਾਲ ਸੀ। ਸੋ ਖਾਲਸਾ ਜੀ ਬਾਅਦ ਵਿੱਚ ਬੰਦਈ ਖਾਲਸੇ ਵਾਲੇ ਸਿੰਘਾਂ ਦੇ ਨਾਲ ਅਭੇਦ ਹੀ ਹੋ ਗਏ, ਥੋੜੇ ਵਾਲੇ ਵੱਖਰੇ ਰਹਿ ਗਏ। ਹੁਣ ਜਿਹੜੇ ਬੰਦਈ ਹਨ ਉਹ ਤਾਂ ਜ਼ਿਆਦਾਤਰ ਸਹਿਜਧਾਰੀ ਹੋ ਗਏ, ਕੇਸਾਧਾਰੀ ਵੀ ਨਹੀਂ ਰਹੇ, ਕੁਝ ਕੇਸਾਧਾਰੀ ਵੀ ਹਨ। ਔਰ ਬੰਦਈ ਖਾਲਸੇ ਵਿੱਚੋਂ ਬਾਬਾ ਸਰਦੂਲ ਸਿੰਘ ਜੀ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਹੈ, ਉਹਨਾਂ ਦਿਨਾਂ ਵਿੱਚ ਅੰਮ੍ਰਿਤ ਛਕ ਕੇ ਅੰਮ੍ਰਿਤ ਸੰਚਾਰ ਬਹੁਤ ਕੀਤਾ, ਉਹ ਵੀ ਖਾਲਸੇ ਵਿੱਚ ਭੇਦ ਹੋਏ ਸਮਾਂ ਪਾ ਕੇ। ਸੋ ਇਸ ਤਰ੍ਹਾਂ ਇਹ ਬੰਦਈ ਖਾਲਸੇ ਦੀ ਸ਼ਾਖਾ ਜਿਹੜੀ ਸੀ ਹੌਲੇ ਥੋੜੀ ਰਹਿ ਗਈ, ਜਾਂ ਕਹਿ ਲਓ ਸਮਾਪਤ ਹੋ ਗਈ। ਤੱਤ ਖਾਲਸਾ ਰਹਿ ਗਿਆ। ਸਰਕਾਰ ਨੇ ਸੋਚਿਆ ਵੀ ਤੱਤ ਖਾਲਸੇ ਵਾਲੇ ਜਿਹੜੇ, ਇਹਨਾਂ ਨੂੰ ਆਪਾਂ ਪਹਿਲਾਂ ਤਾਂ ਇਹਨਾਂ ਨੂੰ ਨਾਲ ਲਾ ਕੇ ਰੱਖਿਆ ਵੀ ਤੁਸੀਂ ਘਬਰਾਓ ਨਾ, ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ, ਬੜੀਆਂ ਜਗੀਰਾਂ ਦੇਤੀਆਂ ਸਿੰਘਾਂ ਨੂੰ। ਤੇ ਭਾਈ ਸਾਹਿਬ ਭਾਈ ਮਨੀ ਸਿੰਘ ਵੀ ਹਰਿਮੰਦਰ ਸਾਹਿਬ ਬੈਠੇ ਰਹੇ, ਬਾਬਾ ਦੀਪ ਸਿੰਘ ਦਮਦਮੇ ਬੈਠੇ ਰਹੇ, ਕੁਝ ਨਹੀਂ ਕਿਹਾ। ਬਾਅਦ ਵਿੱਚ ਜਦੋਂ ਬੰਦਈ ਖਤਮ ਹੋ ਗਏ ਤੇ ਸਰਕਾਰ ਨੇ ਸਿੰਘਾਂ ਵੱਲ ਵੀ ਡੰਗ ਤਿੱਖਾ ਕਰ ਦਿੱਤਾ। ਸਿੰਘਾਂ ਨੂੰ ਵੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ। ਤੱਤ ਖਾਲਸਾ ਵੀ ਉਸੇ ਦਾਇਰੇ ਵਿੱਚ, ਉਸੇ ਘੇਰੇ ਵਿੱਚ ਆ ਗਿਆ। ਸਭ ਤੋਂ ਪਹਿਲੀ ਲੜਾਈ ਤੱਤ ਖਾਲਸਿਆਂ ਦੀ ਜਿਹੜੀ ਸਰਕਾਰ ਨਾਲ ਸ਼ੁਰੂ ਹੋਈ, ਉਹ ਡਲਵਾ ਪਿੰਡ ਤੋਂ
ਜਿਹੜਾ ਸਾਧ ਸੰਗਤ ਜੀ ਡੱਲ ਔਰ ਵਾਂ ਦੋ ਪਿੰਡ ਨੇ ਮਾਝੇ ਦੇ ਵਿੱਚ, ਭਿੱਖੀ ਪਿੰਡ ਦੇ ਇਲਾਕੇ ਵਿੱਚ ਜਾਈਏ ਨਾ, ਉਧਰੇ ਤਰਨਤਾਰਨ ਸਾਹਿਬ ਤੋਂ ਗਾਂਹ ਜਾ ਕੇ ਪਿੰਡ ਪੈਂਦਾ ਡੱਲ ਵਾਂ। ਉੱਥੇ ਇਹ ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਹੋਏ ਹੈ, ਜਿਨ੍ਹਾਂ ਦੇ ਨਾਲ ਸਰਕਾਰ ਦੀ ਪਹਿਲੀ ਟੱਕਰ ਸ਼ੁਰੂ ਹੋਈ। ਉਹਦੀ ਕਥਾ ਸੁਣਾਣੀ ਜ਼ਰੂਰੀ ਹੈ, ਕਿਉਂਕਿ ਇਸ ਤੋਂ ਪਹਿਲਾਂ 5 ਸਾਲ ਰੌਲਾ ਜਿਹਾ ਰਿਹਾ ਤਤ ਖਾਲਸੇ ਤੇ ਬੰਦਈ ਖਾਲਸੇ ਦਾ, ਤੇ ਸਰਕਾਰ ਨੇ ਬੰਦਈਆਂ ਨੂੰ ਖਤਮ ਕੀਤਾ। ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਵੀ ਬੰਦਈ ਖਤਮ ਹੋ ਜਾਣ। ਬੰਦਈ ਖਤਮ ਹੋ ਗਏ ਤੇ ਹੁਣ ਤਤ ਖਾਲਸੇ ਦੇ ਦੁਆਲੇ ਹੋ ਗਈ ਸਰਕਾਰ। ਬਹਾਨਾ ਜੋ ਵੀ ਬਣਦਾ ਕੁਦਰਤ ਬਣਾਉਂਦੀ ਹੈ, ਤੇ ਕੁਦਰਤ ਦੇ ਵਿੱਚ ਕੁਦਰਤ ਦੇ ਨਿਯਮਾਂ ਨੂੰ ਕੋਈ ਬਦਲ ਨਹੀਂ ਸਕਦਾ। ਬੰਦੇ, ਏਜੰਸੀਆਂ, ਸਰਕਾਰਾਂ, ਇਹ ਕੁਝ ਨਹੀਂ ਜੇ ਅਕਾਲ ਪੁਰਖ ਦਾ ਹੁਕਮ ਨਾ ਹੋਵੇ। ਆਖੋ ਸ੍ਰੀ ਵਾਹਿਗੁਰੂ। ਹੁਕਮ ਹੁੰਦਾ, ਹੁਕਮ ਦੇ ਨਾਲ ਉਹ ਬਹਾਨੇ ਬਣੀ ਜਾਂਦੇ ਆ, ਮਾਹੌਲ ਬਣੀ ਜਾਂਦਾ। ਉਹਦੇ ਵਿੱਚੋਂ ਕੁਝ ਗਿਣਿਆ ਮਿਥਿਆ ਨਹੀਂ ਹੁੰਦਾ ਵੀ ਇਦਾਂ ਹੀ ਕਰਾਂਗੇ ਤੇ ਇਦਾਂ ਹੋਵੇਗਾ। ਉਹ ਵਿਚਾਰਾਂ ਹੀ ਕੁਦਰਤ ਜਿਹੜੀ ਉਹਨਾਂ 'ਚ ਪਾ ਦਿੰਦੀ ਹੈ, ਬੰਦੇ ਦੀ ਸੋਚ ਹੀ ਬਣ ਜਾਂਦੀ ਹੈ, ਤੇ ਸੋਚ ਦੇ ਵਿੱਚੋਂ ਫਿਰ ਗਾਂਹ ਦੀ ਗਾਂਹ ਇਤਿਹਾਸ ਬਣਦਾ ਜਾਂਦਾ। ਸੋ ਪਰਮੇਸ਼ਰ ਨੂੰ ਇਹ ਮਨਜ਼ੂਰ ਸੀ ਕਿ ਸਿੰਘਾਂ ਦੀ ਔਰ ਤਤ ਖਾਲਸੇ ਦੀ ਤੇ ਸਰਕਾਰ ਦੀ ਖੜਕੇਗੀ, ਤਾਂ ਹੀ ਖਾਲਸੇ ਦਾ ਰਾਜ ਬਣਨਾ ਸੀ। ਸਰਕਾਰ ਤਾਂ ਇਹ ਚਾਹੁੰਦੀ ਸੀ ਵੀ ਸਿੰਘਾਂ ਦੀ ਤੇ ਸਾਡੀ ਸੁਲ੍ਹਾ ਹੀ ਰਵੇ, ਤੇ ਸਿੰਘ ਹੌਲੇ ਹੌਲੇ ਆਪੇ ਖਤਮ ਹੋ ਜਾਣਗੇ। ਪਰ ਖਾਲਸਾ ਗੁਰੂ ਕਲਗੀਧਰ ਨੇ ਜਿਹੜੇ ਮਿਸ਼ਨ ਲਈ ਸਾਜਿਆ ਸੀ, ਉਹ ਮਿਸ਼ਨ ਵੀ ਤਾਂ ਪੂਰਾ ਹੋਣਾ ਸੀ। ਸੋ ਬਾਬਾ ਤਾਰਾ ਸਿੰਘ ਜੀ ਨਿਹੰਗ ਸਿੰਘ ਦੇ ਨਾਲ ਸਰਕਾਰ ਦੀ ਪਹਿਲੀ ਟੱਕਰ ਹੋਈ ਹੈ। ਉਹ ਕਥਾ ਹੁਣ ਸੁਣੋ ਪਿਆਰ ਨਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਤਾਰਾ ਸਿੰਘ ਕੀ, ਸੁਣ ਸੋ ਬੁੱਧ ਨਿਧਾਨ। ਭਾਈ ਰਤਨ ਸਿੰਘ ਜੀ ਕਹਿੰਦੇ ਆ ਹੁਣ ਤੁਹਾਨੂੰ ਅਸੀਂ ਤਾਰਾ ਸਿੰਘ ਦੀ ਸਾਖੀ ਸੁਣਾਉਂਦੇ ਆ। ਸੁਣੋ ਖਾਲਸਾ ਜੀ। ਬਾਏ ਡੱਲ ਮੱਧ ਸਿੰਘ ਭਇਓ, ਬੁੱਟਰ ਗੋਤ ਪ੍ਰਧਾਨ। ਇਹ ਪਿੰਡ ਹੈ ਡੱਲ ਔਰ ਵਾਂ, ਦੋ ਨੇੜੇ ਨੇੜੇ ਹਨ, ਇਸ ਕਰਕੇ ਇਕੱਠਾ ਹੀ ਡੱਲ ਵਾਂ ਬੋਲ ਦਿੰਦੇ ਆ। ਵਾਂ ਪਿੰਡ ਦੇ ਵਿੱਚ ਬੁੱਟਰ ਗੋਤ ਦੇ ਬਹੁਤ ਸਾਰੇ ਜ਼ਿਮੀਂਦਾਰ ਜੱਟ ਰਹਿੰਦੇ ਐ। ਬੁੱਟਰਾਂ ਦੇ ਵਿੱਚ ਤਾਰਾ ਸਿੰਘ ਬੜਾ ਬਲੀ ਝਠੀ ਤਪੀ ਯੋਧਾ ਸਿੰਘ ਹੋਇਆ ਹੈ। ਛਪੇ ਛੰਦ ਹਠੀ ਤਪੀ ਜਤਵਾਨ, ਰਹਿਤ ਵੈ ਰਹਿ ਸੋ ਚੰਗੀ। ਹਠੀ ਤਪੀ ਸੀਗਾ, ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਨਾ, ਭਜਨ ਕਰਨਾ। ਜਪੀ ਤਪੀ ਸਿੰਘ ਸੀ, ਬੜਾ ਜਤੀ ਸਤੀ ਵੀ ਸੀਗਾ, ਔਰ ਰਹਿਤ ਵਿੱਚ ਬੜਾ ਪਰਪੱਕ ਸਿੰਘ ਸੀਗਾ ਭਾਈ ਤਾਰਾ ਸਿੰਘ। ਨੀਲ ਬਸਤਰ ਤਨ ਸਜੈ ਤਨ ਸ਼ਸਤਰ ਜੰਗੀ। ਜੋ ਨਿਹੰਗਾਂ ਸਿੰਘਾਂ ਦਾ ਸਰੂਪ ਹੈ, ਜੋ ਕਲਗੀਧਰ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਖਾਲਸਾ ਸਾਜਿਆ ਸੀ, ਉਸ ਵੇਲੇ ਖਾਲਸਾ ਜੀ ਨੀਲੇ ਵਸਤਰ ਹੀ ਪਵਾਏ ਸੀਗੇ। ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਹੜੀਆਂ, ਉਹਦੇ ਜਿਹੜੀ ਲਾਸਟ ਵਾਰ ਹੈ 41ਵੀਂ ਵਾਰ ਦੂਸਰੇ ਭਾਈ ਗੁਰਦਾਸ ਜੀ ਦੀ, ਉਹਦੇ 'ਚ ਲਿਖਿਆ ਹੈ ਕਿ ਗੁਰੂ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ, ਜਿਨ ਅਲਖ ਅਪਾ ਨਿਰੰਜਨਾ ਜਪਿਓ ਕਰਤਾਰਾ। ਨਿਜ ਪੰਥ ਚਲਾਇਓ ਖਾਲਸਾ, ਧਰ ਤੇਜ ਕਰਾਰਾ। ਸਿਰ ਕੇਸ ਧਾਰ ਗਏ ਖੜਗ ਕੋ, ਸਭ ਦੁਸ਼ਟ ਪਛਾਰਾ। ਤਦ ਕੁੱਦੇ ਸਿੰਘ ਭੁਜੰਗੀਏ ਨੀਲੰਬਰ ਧਾਰਾ। ਨੀਲਾ ਬਾਣਾ ਸੀਗਾ ਉਸ ਵੇਲੇ ਪੰਜਾਂ ਪਿਆਰਿਆਂ ਨੂੰ ਜੋ ਪਵਾਇਆ। ਬਾਬਾ ਤਾਰਾ ਸਿੰਘ ਜੀ ਵੀ ਹਰ ਵੇਲੇ ਨੀਲਾ ਬਾਣਾ ਪਾ ਕੇ, ਸੀਸ ਦੇ ਉੱਤੇ ਫਰਲੇ ਵਾਲਾ ਉੱਚਾ ਦਮਾਲਾ ਸਜਾ ਕੇ, ਚੱਕਰ ਖੰਡੇ ਤੋੜੇ ਸਜਾ ਕੇ, ਬੜੇ ਰਹਿਤ ਬਹਿਤ ਚ ਪੱਕੇ ਸਿੰਘ ਸਨ। ਗੁਰਬਾਣੀ ਹਿਤ ਰੱਖੇ, ਸਿਦਕ ਗੁਰ ਚਰਨਨ ਧਾਰੇ। 8 ਪਹਿਰ ਗੁਰਬਾਣੀ ਨਾਲ ਪ੍ਰੇਮ ਕਰਨਾ, ਅੰਮ੍ਰਿਤ ਵੇਲੇ ਤੋਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਨੀ, ਸਾਰਾ ਦਿਨ ਗੁਰਬਾਣੀ ਪੜ੍ਹਦੇ ਰਹਿਣਾ, ਗੁਰਬਾਣੀ ਸੁਣਦੇ ਰਹਿਣਾ, ਨਾਮ ਜਪਦੇ ਰਹਿਣਾ, ਸੇਵਾ ਸਿਦਕ ਗੁਰੂ ਕੇ ਚਰਨਾਂ ਤੇ, ਹੋਰ ਕਿਸੇ ਤੇ ਭਰੋਸਾ ਨਹੀਂ। ਇੱਕ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖਦੇ ਸਨ। ਮੁਖ ਤੇ ਕੱਢੈ ਜੋ ਬਚਨ, ਸਤੀ ਜਿਮ ਸੋ ਪ੍ਰਿਤ ਪਾਰੀ। ਆਪਣੇ ਮੂੰਹ ਤੋਂ ਜੋ ਬਚਨ ਨਿਕਲ ਜਾਵੇ ਉਹਦੇ ਪਿੱਛੇ ਆਪਣਾ ਸੀਸ ਦੇਣ ਤੱਕ ਜਾਂਦੇ ਸਨ। ਬਚਨ ਨਹੀਂ ਸੀ ਹਾਰਦੇ। ਸੂਰ ਬੀਰ ਬਚਨ ਕੇ ਬਲੀ, ਮੂੰਹ ਤੋਂ ਜੋ ਬਚਨ ਕੱਢ ਦਿੱਤਾ, ਜਿਵੇਂ ਸਤੀ ਆਪਣਾ ਸੱਤ ਪਾਲਦੀ ਹੈ ਨਾ,
ਇਹਦਾ ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਆਪਣਾ ਬਚਨ ਪਾਲਦੇ ਸਨ। ਦੰਗਿਆਨ ਮਹਿ ਪ੍ਰਥਮ ਉਸੈ ਧਰੀਐ ਨਾਮ ਗਿਨਾਏ। ਕਹਿੰਦੇ ਦੰਗਈਆਂ ਵਿੱਚੋਂ, ਦੰਗਈਆਂ ਨੂੰ ਮੈਂ ਜਿਹੜੇ ਲੜਾਕੇ, ਦੰਗਈਆਂ ਦਾ ਮਤਲਬ ਇਹ ਨਹੀਂ ਵੀ ਰਾਹ ਜਾਂਦਿਆਂ ਦੰਗਾ ਕਰ ਲੈਣਾ, ਐਵੇਂ ਕਿਸੇ ਦਾ ਸਿਰ ਪਾੜ ਦੇਣਾ, ਕਿਸੇ ਦੇ ਲੱਤ ਬਾਂਹ ਤੋੜ ਦੇਣੀ, ਕਿਸੇ ਦੀ ਦੁਕਾਨ ਸਾੜ ਦੇਣੀ, ਇਹ ਦੰਗੇ ਨਹੀਂ ਜਿਹੜੇ ਆਪਾਂ ਦੰਗੇ ਸਮਝਦੇ ਆ। ਇਹ ਦੰਗੇ ਨਹੀਂ ਖਾਲਸਾ ਕਰਦਾ ਵੀ ਐਵੇਂ ਕਿਸੇ ਰਾਹ ਜਾਂਦੇ ਗਰੀਬ ਨੂੰ ਮਾਰ ਦਿਓ, ਕਿਸੇ ਦੀ ਲੱਤ ਬਾਂਹ ਤੋੜ ਦਿਓ, ਕਿਸੇ ਨੂੰ ਲੁੱਟ ਲਓ, ਇਹ ਨਹੀਂ। ਧਰਮ ਵਾਸਤੇ ਯੁੱਧ ਕਰਨਾ ਉਹ ਦੰਗੇ। ਦੰਗਈਆਂ ਮੈਂ ਲੜਾਕੇ ਜੁਝਾਰੂਆਂ ਵਿੱਚੋਂ ਤਾਰਾ ਸਿੰਘ ਦਾ ਪਹਿਲਾ ਨੰਬਰ ਸੀਗਾ। ਕਹਿੰਦੇ ਤਾਰਾ ਸਿੰਘ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਸਮਾਂ ਵੇਖਿਆ ਹੋਇਆ ਸੀ। ਆਨੰਦਪੁਰ ਸਾਹਿਬ ਜਾ ਕੇ ਉਹਨੇ 10ਵੇਂ ਪਾਤਸ਼ਾਹ ਦੇ ਕੋਲੋਂ ਅੰਮ੍ਰਿਤ ਛਕਿਆ ਸੀ। ਕਹਿੰਦੇ ਹਾਂਜੀ, ਜਾਏ ਬੁਲਾਏ ਜੋ ਘਰ ਪਰੈ ਲਏ ਆਪਣੇ ਠੀਕ ਟਿਕਾਏ। ਕਹਿੰਦੇ ਤਾਰਾ ਸਿੰਘ ਇੰਨਾ ਲੜਾਕੂ ਸੀਗਾ ਵੀ ਦੂਜੇ ਦੇ ਘਰ ਬੁਲਾ ਜਾਂਦੀ ਉਹਨੂੰ ਆਵਾਜ਼ ਮਾਰ ਲੈਂਦਾ ਸੀ, ਮੇਰੇ ਘਰ ਵੀ ਫੇਰਾ ਪਾ ਜਾਈ ਜਰਾ। ਲੜਾਈ ਦੂਜਿਆਂ ਦੇ ਘਰ ਜਾਂਦੀ ਹੋਵੇ ਨਾ, ਉਹਨੂੰ ਕਹਿੰਦਾ ਸੀ ਜਰਾ ਸਾਡੇ ਘਰ ਵੀ ਚਰਨ ਪਾ ਕੇ ਜਾਈ। ਯਾਨੀ ਲੜਾਈ ਮੁੱਲ ਲੈਣ ਵਾਲਾ ਸਿੰਘ ਸੀਗਾ। ਦੋਹਰਾ ਸੀਸ ਧਰੇ ਹੱਥਪੁਰ ਫਿਰੈ ਨਹਿ ਮਰਨੋ ਸੰਕਾਈ। ਉਹ ਆਪਣੀ ਜਾਨ ਤਲੀ ਤੇ ਧਾਰ ਕੇ ਰੱਖਦਾ ਸੀ ਹਰ ਵੇਲੇ, ਮਰਨੋਂ ਨਹੀਂ ਸੀ ਸੰਗਦਾ ਬਾਬਾ ਤਾਰਾ ਸਿੰਘ ਨਿਹੰਗ ਸਿੰਘ। ਸਿਰੋਂ ਪਰੇ ਡੇਰਾ ਤਿਸੈ ਐਸੋ ਰਹਿ ਸੁਭਾਈ। ਸਿਰੋਂ ਪਰੇ ਡੇਰਾ ਸੀ, ਜਿਹੜੇ ਵੇਲੇ ਮਰਜ਼ੀ ਆ ਜੇ ਮੌਤ, ਕੱਲ ਆਉਂਦੀ ਅੱਜ ਆ ਜੇ, ਅੱਜ ਆਂਦੀ ਹੁਣ ਆ ਜੇ, ਤਿਆਰ ਪਰ ਤਿਆਰ ਕਮਰ ਕਸਾ ਲੱਗਾ ਹੀ ਰਹਿੰਦਾ ਸੀ। ਕਮਰ ਕਸੇ ਦਾ ਹੀ ਮਤਲਬ ਹੈ ਵੀ ਤਿਆਰੀ ਰੱਖਣੀ ਤੁਰਨ ਦੀ ਸੰਸਾਰ ਤੋਂ। ਹਰ ਵੇਲੇ ਗਾਤਰੇ ਸ਼ਸਤਰ ਸਜਾਈ ਰੱਖਣੇ, ਦੁਸ਼ਮਣ ਆਏਗਾ ਲੜਾਂਗੇ, ਸ਼ਹੀਦ ਹੋ ਜਾਾਂਗੇ। ਇਦਾਂ ਦੀ ਬਿਰਤੀ ਸੀ ਤਾਰਾ ਸਿੰਘ ਨਿਹੰਗ ਸਿੰਘ ਦੀ। ਜਬ ਬੰਦੋ ਹੁਤੋ ਜੀਵਤੋ ਉਨ ਲਿਓ ਤੁਰਕ ਹਰਾਈ। ਇਹ ਜਦੋਂ ਬਾਬਾ ਬੰਦਾ ਬਹਾਦਰ ਆਇਆ ਸੀ, ਉਦੋਂ ਇਹ ਤਾਰਾ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨ ਕੇ ਉਹਦੀ ਫੌਜ ਵਿੱਚ ਸ਼ਾਮਲ ਹੋਏ ਸੀ। ਸਰਹੰਦ ਫਤਿਹ ਵਿੱਚ ਵੀ ਤਾਰਾ ਸਿੰਘ ਨੇ ਬੜੀਆਂ ਮਾਰਾਂ ਮਾਰੀਆਂ ਸਨ। ਖੁਸ਼ਾਮਦ ਕਰ ਕਰ ਸਿੰਘਨ ਕੀ ਲੇਵੈ ਮੁਲਕ ਬਸਾਈ। ਤੇ ਤੁਰਕਾਂ ਨੇ ਜਦੋਂ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕਰ ਦਿੱਤਾ ਦਿੱਲੀ ਦੇ ਵਿੱਚ, ਫਿਰ ਉਹਨਾਂ ਨੇ ਸੋਚਿਆ ਵੀ ਜਿਹੜੇ ਤੱਤ ਖਾਲਸੇ ਵਾਲੇ ਨੇ ਇਹਨਾਂ ਨੂੰ ਠੰਡੇ ਰੱਖੀਏ ਕਿਸੇ ਤਰ੍ਹਾਂ, ਤੱਤ ਖਾਲਸੇ ਵਾਲੇ ਨਾ ਦੰਗਾ ਕਰ ਦੇਣ ਹੁਣ ਕਿਤੇ। ਉਹ ਸਿੰਘਾਂ ਨੂੰ ਇਹ ਕਹਿ ਕੇ ਵੀ ਖਾਲਸਾ ਜੀ ਰਾਜ ਤੁਹਾਡਾ, ਸਰਕਾਰ ਤੁਹਾਡੀ, ਮੁਲਕ ਤੁਹਾਡਾ, ਅਸੀਂ ਤੇ ਤੁਹਾਡੇ ਨੌਕਰ ਆ। ਸਰਕਾਰੀ ਬੰਦੇ ਬੜੇ ਚਲਾਕ ਸੀਗੇ, ਉਹਨਾਂ ਨੇ ਸਿੰਘਾਂ ਦੀਆਂ ਖੁਸ਼ਾਮਦਾਂ ਕਰਨੀਆਂ ਸ਼ੁਰੂ ਕਰ ਦਿੱਤੀ। ਤੱਤ ਖਾਲਸੇ ਦੇ ਸਿੰਘਾਂ ਨੂੰ ਜਗੀਰਾਂ ਦੇਤੀਆਂ, ਸਿੰਘੋ ਆ ਜਗੀਰਾਂ ਲਓ, 10-20 ਕਿੱਲੇ ਇੱਕ ਸਿੰਘ ਨੂੰ ਦੇ ਛੱਡੇ, ਹਲ ਵਾਹੀ ਜਾਓ, ਖੇਤੀ ਕਰੀ ਜਾਓ, ਲੰਗਰ ਛਕੀ ਜਾਓ, ਕਿਰਪਾ ਕਰਕੇ ਦੰਗਾ ਫਸਾਦ ਨਾ ਕਰਿਆ ਜੇ। ਇਹਦਾ ਹੱਥ ਜੋੜ ਕੇ ਨਾ ਤਾਰਾ ਸਿੰਘ ਵਰਗਿਆਂ ਨੂੰ ਥਾਂ ਥਾਈ ਜਗੀਰਾਂ ਦੇ ਕੇ ਸਰਕਾਰ ਠੰਡਾ ਰੱਖਣਾ ਚਾਹੁੰਦੀ ਸੀ। ਲੋਟ ਪੋਟ ਸਿੰਘਨ ਰੱਖੈ ਤੱਦੀ ਲੱਖ ਟਲ ਜਾਹੇ। ਉਹ ਹਰ ਤਰ੍ਹਾਂ ਨਾਲ ਲੋਟ ਪੋਟ ਕਰਕੇ ਸਿੰਘਾਂ ਨੂੰ ਰੱਖਦੇ ਸੀ ਵੀ ਸਿੰਘ ਸਾਡੇ ਨਾਲ ਰਹਿਣ, ਤੱਦੀ ਨਾ ਕਰਨ, ਕਿਤੇ ਲੜਾਈ ਨਾ ਕਰਨ, ਕਿਉਂਕਿ ਇਹ ਖੰਡੇ ਦੀ ਧਾਰ ਚੋਂ ਪੈਦਾ ਹੋਏ ਨੇ, ਇਹਨਾਂ ਨੇ ਅਮਨ ਨਾਲ ਬਹਿਣਾ ਕੋਈ ਨਹੀਂ, ਜਿਵੇਂ ਕਿਵੇਂ ਹੋਵੇ ਸਿੰਘ ਟਲੇ ਰਹਿਣ। ਸਰਕਾਰ ਇਹ ਚਾਹੁੰਦੀ ਸੀ ਉਸ ਵੇਲੇ। ਬੰਦੋ ਮਾਰਿਓ ਜਬ ਉਨੈ ਬਿਨ ਖਤਿਓ ਸਿੰਘਨ ਖਪਾਹੇ। ਜਦੋਂ ਬੰਦਾ ਸਿੰਘ ਸ਼ਹੀਦ ਹੋ ਗਿਆ ਦਿੱਲੀ ਦੇ ਵਿੱਚ, ਤੇ ਉਸ ਵੇਲੇ ਬਹੁਤ ਸਾਰੇ ਸਿੰਘ ਵੀ ਨਾਲ ਸ਼ਹੀਦ ਕਰ ਦਿੱਤੇ। ਚਾਉ ਪਈ ਹੁਤੀ ਤਾਰੇ ਸਿੰਘ ਦਈ ਜਗੀਰ। ਉਹਨਾਂ ਦਿਨਾਂ ਵਿੱਚ ਤੱਤ ਖਾਲਸੇ ਨੂੰ ਠੰਡਾ ਕਰਕੇ ਰੱਖਣ ਵਾਸਤੇ ਜਗੀਰਾਂ ਦਿੱਤੀਆਂ ਸਨ। ਸਰਕਾਰ ਨੇ ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਨੂੰ ਵੀ ਕਈ ਕਿੱਲੇ ਜ਼ਮੀਨ ਦਿੱਤੀ ਹੋਈ ਸੀ ਵੀ ਤੁਸੀਂ ਇੱਥੇ ਬੈਠੇ ਰਹੋ ਆਰਾਮ ਦੇ ਨਾਲ, ਅਸੀਂ ਤੁਹਾਨੂੰ ਚਾਹੁੰਦੇ ਹਾਂ ਵੀ ਤੁਸੀਂ ਭਜਨ ਬਾਣੀ ਪੜ੍ਹੋ, ਨਾਮ ਜਪੋ, ਤੇ ਕਿਰਪਾ ਕਰਕੇ ਸਾਡੇ ਵੱਲ ਮਿਹਰ ਦੀ ਨਿਗਾਹ ਰੱਖਿਆ ਜੇ, ਕਿਤੇ ਸਾਡੇ ਵੱਲ ਨਾ ਹੋ ਜਾਇਆ ਜੇ। ਸਰਕਾਰ ਸਿੰਘਾਂ ਨੂੰ ਠੰਡਾ ਰੱਖਦੀ ਸੀ। ਬੁੰਗੋ ਚਿਨਿਓ ਥੋ ਤਿਹ ਸਿੰਘ ਵੀਰ। ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਨੇ ਆਪਣੇ ਪਿੰਡ ਦੇ ਬਾਹਰ ਇੱਕ ਬੁੰਗਾ ਬਣਾ ਲਿਆ, ਉੱਚਾ ਸਾਰਾ ਬੁੰਗਾ, ਬੁਰਜ ਜਿਵੇਂ ਹੁੰਦਾ ਨਾ, ਉਹ ਪੁਰਾਣੇ ਸਿੰਘ ਬੁਰਜ ਬਣਾ ਕੇ ਉੱਤੇ, ਤੇ ਉਹਦੇ 'ਚ ਮੋਰਚੇ ਬਣਾ ਕੇ ਰੱਖ ਦਿੰਦੇ ਸੀ, ਜੇ ਗੋਲੀ ਚਲਾਣੀ ਪੈ ਜੇ ਤੇ ਉਹਦੇ ਵਿੱਚੋਂ ਚਲਾ ਸਕੀਏ। ਤੇ ਉਹ ਬੁੰਗੇ ਉੱਚੇ ਉੱਚੇ ਸਿੰਘਾਂ ਨੇ ਬਣਾਏ ਸਨ। ਤਾਰੇ ਸਿੰਘ ਨਹਿ ਸਮਾ ਨਿਹਾਰਿਓ। ਬਾਬੇ ਤਾਰਾ ਸਿੰਘ ਜੀ ਜਿਹੜੇ ਸੀਗੇ ਉਹ ਸੀਗੇ ਲੜਾਕੇ, ਯਾਨੀ ਕੜਕਦਾਰ ਪਹਿਰੇ ਬਿਰਤੀ ਵਾਲੇ। ਉਹ ਇਸ ਸਮੇਂ ਨੂੰ ਸਮਝਦੇ ਸੀ ਵੀ ਇਹ ਤਾਂ ਸਾਡਾ ਬੇਕਾਰ ਹੀ ਲੰਘ ਰਿਹਾ,
ਲੜਾਈ ਤੇ ਗਾਲ ਆਉਂਦੀ ਨਹੀਂ ਪਈ ਕੋਈ, ਸਾਨੂੰ ਜੰਗ ਯੁੱਧ ਕਰਨਾ ਚਾਹੀਦਾ, ਸਾਨੂੰ ਸਾਜਿਆ ਹੀ ਖਾਲਸੇ ਨੂੰ। ਮਹਾਰਾਜ ਨੇ ਖਾਲਸਾ ਸੋਏ ਜੋ ਕਰਾ ਨਿਤ ਜੰਗ, ਖਾਲਸਾ ਸੋਏ ਜੋ ਚੜਾ ਤੁਰੰਗ। ਤੇ ਹੁਣ ਵਿਹਲੇ ਬੈਠੇ ਆ, ਕੰਮ ਕੋਈ ਨਹੀਂ, ਤੇ ਉਹ ਇਹੀ ਸੋਚਦੇ ਸੀ ਵੀ ਕੋਈ ਜੰਗ ਯੁੱਧ ਬਣੇ ਤੇ ਸ਼ਹੀਦੀ ਪਾ ਜਾਈਏ। ਵਹੀ ਰਖਿਓ ਉਨ ਸਿੱਧਾ ਧਾਰਿਓ। ਉਹਨੇ ਉਹੀ ਸਿਰੜ ਰੱਖਿਆ, ਜਿੱਦ ਉਹੀ ਰੱਖੀ ਵੀ ਅਸੀਂ ਨਹੀਂ ਕਿਸੇ ਦੀ, ਜ਼ਗੀਰਾਂ ਸਾਡੀਆਂ ਨੇ, ਇਹ ਕੌਣ ਨੇ ਦੇਣ ਵਾਲੇ। ਉਹ ਵਿਚਾਰੇ ਦੇ ਕੇ ਜਾਂਦੇ ਹੱਥ ਜੋੜ ਕੇ ਵੀ ਠੰਡੇ ਰਹੋ, ਇਹ ਕਹਿੰਦੇ ਤੇ ਸਾਡੀਆਂ ਨੇ, ਤੁਸੀਂ ਕੀ ਹੁੰਦੇ ਦੇਣ ਵਾਲੇ। ਇਦਾਂ ਇਹ ਸਰਕਾਰ ਨੂੰ ਵੀ ਅੱਖਾਂ ਕੱਢਿਆ ਕਰਦਾ ਸੀ ਤਾਰਾ ਸਿੰਘ। ਪਹਿਲੀ ਬਾਣੋ ਟਲੈ ਸੋ ਨਾਹੀ। ਉਹ ਜਿਹੜੀ ਉਹਦੀ ਪਹਿਲੀ ਆਦਤ ਸੀ ਲੜਨ ਭੜਨ ਦੀ, ਜੰਗ ਯੁੱਧ ਕਰਨ ਦੀ, ਉਹ ਤੋਂ ਟਲਦਾ ਨਹੀਂ ਸੀ ਤਾਰਾ ਸਿੰਘ। ਦੰਗੋ ਫੰਗੋ ਰੱਖੈ ਮਚਾਈ। ਦੰਗਾ ਫੰਗਾ ਤੇ ਹਰ ਵੇਲੇ ਮਚਾ ਕੇ ਰੱਖਦਾ ਸੀ, ਥਾਂ ਥਾਂ ਤੇ ਉਹਦੇ ਦਬਕਾ ਸੀ ਉਹਦਾ ਪੂਰਾ। ਰਾਹ ਜਾਂਦੀ ਲਏ ਕਾਏ ਸਮੋਲ। ਲੜਾਈ ਦੂਜੇ ਦੇ ਘਰ ਜਾਂਦੀ, ਆਪਣੇ ਘਰ ਮੰਗਾ ਲੈਂਦਾ ਸੀ, ਕਹਿੰਦਾ ਸੀ ਮੇਰੇ ਘਰ ਜਰਾ ਚਰਨ ਪਾ ਕੇ ਜਾਈ, ਯਾਨੀ ਲੜਾਈ ਮੁੱਲ ਲੈਂਦਾ ਸੀਗਾ। 10-5 ਦੰਗਈਆਂ ਰੱਖੈ ਸੋ ਕੋਲ। 10-5 ਸਿੰਘ ਲੜਾਕੇ ਵੀ ਉਹਦੇ ਕੋਲ ਹਰ ਵੇਲੇ ਰਹਿੰਦੇ ਸੀ, ਖਾੜਕੂ ਸਿੰਘ। ਜਿੱਤ ਜਿੱਤ ਤੇ ਕੋ ਲਿਆਵੈ ਉਲਾਂਭੇ। ਜੇ ਕੋਈ ਸਿੰਘ ਉਲਾਂਭਾ ਲੈ ਕੇ ਆਉਂਦਾ ਸੀ ਨਾ ਤੇ ਉਹ ਖੁਸ਼ ਹੁੰਦਾ ਸੀ, ਕਹਿੰਦਾ ਚੰਗਾ ਕੋਈ ਨਹੀਂ, ਤਿਆਰ ਬਰ ਤਿਆਰ ਫੌਜ ਰਹਿੰਦੀ ਹੈ, ਤੇ ਉਲਾਂਭੇ ਤੋਂ ਡਰਦਾ ਨਹੀਂ ਸੀਗਾ। ਬਹੁਤ ਹਿਤ ਕਰ ਤਿਸ ਵਹਿ ਸਾਂਭੇ। ਜੇ ਕੋਈ ਸਿੰਘ ਦੰਗਾ ਫਸਾਦ ਕਰਕੇ ਆਉਂਦਾ ਸੀ ਤੇ ਤਾਰਾ ਸਿੰਘ ਨੂੰ ਪਿਆਰ ਨਾਲ ਸਾਂਭਦਾ ਸੀ, ਆ ਜਾ ਭਾਈ ਲੰਗਰ ਪਾਣੀ ਛਕ, ਆਰਾਮ ਨਾਲ ਬੈ, ਕੋਈ ਗੱਲ ਨਹੀਂ, ਫਿਕਰ ਨਾ ਕਰ। ਤੇ ਕਈ ਆਉਂਦੇ ਸੀ ਵੀ ਤੁਹਾਡੇ ਸਿੰਘਾਂ ਨੇ ਆਹ ਕਰਤਾ, ਤੁਹਾਡੇ ਸਿੰਘਾਂ ਨੇ ਉਹ ਕਰਤਾ, ਉਹ ਕਹਿੰਦਾ ਸੀ ਸਾਡਾ ਕੰਮ ਹੀ ਇਹ ਕਰਨਾ। ਇਦਾਂ ਦਾ ਸੂਰਮਾ ਸੀਗਾ। ਸੋ ਮਰਨੇ ਤੇ ਡਰੈ ਨਾ ਮੂਲ। ਮੌਤ ਤੋਂ ਤਾਂ ਡਰਦਾ ਹੀ ਨਹੀਂ ਸੀ, ਮੌਤ ਤੇ ਉਹ ਤੋਂ ਕੰਬਦੀ ਸੀਗੀ, ਇਹੋ ਜਿਹਾ ਸੀ ਸਿੰਘ ਉਹ। ਹਿਮ ਕਰ ਦੰਗੋ ਰੱਖੈ ਜ਼ਰੂਰ। ਤਾਰਾ ਸਿੰਘ ਨਿਹੰਗ ਸਿੰਘ ਬਾਹਲਾ ਹੀ ਸੂਰਮਾ ਲੜਾਕਾ, ਤੇ ਬਿਰਤੀ ਉਹਦੀ ਇਹੋ ਜਿਹੀ ਹਰ ਵੇਲੇ ਮੌਤ ਨੂੰ ਬਸ ਮਖੌਲਾਂ ਕਰਦਾ ਸੀ। ਔਰ ਤਰਫ ਜੋ ਕਾਏ ਸਜਾਵੇ। ਕਿਸੇ ਘਰ ਹੋਰ ਲੜਾਈ ਜਾਂਦੀ ਹੋਵੇ, ਕੋਈ ਬਲਾ ਕਿੱਧਰ ਤੁਰੀ ਜਾਂਦੀ ਹੋਵੇ, ਸੱਦ ਪਾਸ ਦੋਏ ਪਹਿਰ ਕਟਾਵੇ। ਉਹਨੂੰ ਕਹਿੰਦਾ ਸੀ ਦੁਪਹਿਰ ਮੇਰੇ ਘਰ ਰਹਿ ਜਾ ਅੱਜ, ਯਾਨੀ ਲੜਾਈ ਨੂੰ ਮੁੱਲ ਲੈਂਦਾ ਸੀ। ਐਸੀ ਪਰੀ ਤਾਰੇ ਸਿੰਘ ਬਾਣ। ਇਹ ਤਾਰਾ ਸਿੰਘ ਦੀ ਇਹੋ ਜੀ ਆਦਤ ਸੀ, ਇਹੋ ਜਿਹਾ ਦਾ ਸੁਭਾਅ ਸੀਗਾ, ਬਾਣੀ ਬਹੁਤ ਪੜ੍ਹਦਾ ਸੀ, ਤੇ ਰੱਬ ਦੇ ਨਾਲ ਸਿੱਧੀਆਂ ਗੱਲਾਂ ਸੀ ਉਹਦੀਆਂ, ਦੁਨੀਆ ਨੂੰ ਕੁਝ ਨਹੀਂ ਸੀ ਸਮਝਦਾ ਉਹ। ਨਹਿ ਮਾਨੈ ਵੈ ਤੁਰਕਨ ਆਨ। ਤੁਰਕਾਂ ਦੀ ਆਨ ਨਹੀਂ ਸੀ ਮੰਨਦਾ, ਕਹਿੰਦਾ ਇਹ ਕੌਣ ਹੁੰਦੇ ਰਾਜ ਕਰਨ ਵਾਲੇ, ਰਾਜ ਤਾਂ ਕਲਗੀਆਂ ਵਾਲੇ ਦਾ ਹੈ। ਦੋਹਰਾ ਕਹੈ ਦੰਗਿਓ ਹਮ ਕਿਮ ਟਰੈ, ਦੰਗੋ ਹਮਾਰੀ ਜਾਤ। ਜੇ ਕੋਈ ਕਹਿੰਦਾ ਸੀ ਬਾਬਾ ਜੀ ਦੰਗਾ ਨਾ ਕਰਿਆ ਕਰੋ, ਤੇ ਅੱਗੋਂ ਕਹਿੰਦਾ ਸੀ ਦੰਗਿਓ ਹਮ ਕਿਵੇਂ ਟਰੈ, ਦੰਗੇ ਤੋਂ ਅਸੀਂ ਕਿਵੇਂ ਟੜੀਏ, ਸਾਡੀ ਤਾਂ ਜਾਤ ਗੋਤ ਹੀ ਦੰਗਾ ਹੈ। ਦੰਗੇ ਖਾਤਰ ਹਮ ਕੀਏ ਸ੍ਰੀ ਸਤਿਗੁਰ ਜੀ ਆਪ। ਸਾਨੂੰ ਤੇ ਖਾਲਸਾ ਸਾਜਿਆ ਹੀ ਦੰਗੇ ਵਾਸਤੇ, ਸਤਿਗੁਰੂ 10ਵੇਂ ਪਾਤਸ਼ਾਹ ਨੇ ਚੁੱਪ ਕਰਕੇ ਬਹਿਣਾ ਨਾ ਸਾਨੂੰ ਸਿਖਾਇਆ ਹੀ ਕੋਈ ਨਹੀਂ। ਜਾਓ ਪਈ ਦੰਗਾ ਹੀ ਤੇ ਪਯਗ ਪਾਤਸ਼ਾਹੀ। ਔਰ ਜਦ ਕਰਕੇ ਹੀ ਤੇ ਪਾਤਸ਼ਾਹੀ ਮਿਲਣੀ ਹੈ, ਰਾਜ ਅਸੀਂ ਲੈਣਾ ਦਿੱਲੀ ਦਾ ਵੀ ਤੇ ਲਾਹੌਰ ਦਾ ਵੀ, ਦੰਗਾ ਕਰਕੇ ਲਵਾਂਗੇ। ਦੰਗਾ ਹੀ ਤੇ ਹੋਗ ਸੀ ਸਲਾਈ। ਔਰ ਦੰਗਾ ਕਰਾਂਗੇ ਤਾਂ ਹੀ ਸ਼ਹੀਦੀ ਪਾਵਾਂਗੇ, ਜੇ ਚੁੱਪ ਕਰਕੇ ਬੈਠੇ ਸ਼ਹੀਦੀ ਕਿੱਥੋਂ ਮਿਲਣੀ ਹੈ। ਬਿਨ ਦੰਗਾ ਕੋ ਪੁੱਛੈ ਨਾ ਬਾਤ। ਤੇ ਦੰਗੇ ਤੋਂ ਬਿਨਾ ਪੁੱਛਦਾ ਵੀ ਕੋਈ ਨਹੀਂ, ਐਵੇਂ ਬੈਠੇ ਰਾਂਗੇ ਬਾਣੀਆਂ ਦੀ ਤਰ੍ਹਾਂ ਹੱਥ ਤੇ ਹੱਥ ਧਰ ਕੇ, ਕਿਸੇ ਨੇ ਆਖਣਾ ਥੋੜਾ ਵੀ ਕੌਣ ਹੁੰਦੇ ਹੋ। ਦੰਗਾ ਕਰਾਂਗੇ ਤਾਂ ਹੀ ਸਰਕਾਰ ਵੀ ਪੁੱਛੇਗੀ। ਹਮ ਦੰਗੋ ਮਚਾਵੇਂ ਯੋ ਲੱਖ ਘਾਤ। ਸਾਡਾ ਤੇ ਕੰਮ ਹੈ ਦੰਗਾ ਮਚਾਣਾ, ਅਸੀਂ ਤੇ ਮਚਾਣਾ ਹੀ ਮਚਾਣਾ ਬਈ। ਦੋਹਰਾ ਹੁਤੋ ਨਸ਼ਹਿਰੋ ਪੁਰ ਵੱਡੋ, ਮਦ ਪੰਨੂ ਜੱਟ ਬਸਾਹੇ। ਸੋ ਹੁਣ ਸੁਣੋ ਵੀ ਬੰਦੇ ਬਹਾਦਰ ਤੋਂ ਬਾਅਦ ਖਾਲਸੇ ਦੀਆਂ ਲੜਾਈਆਂ ਕਿਵੇਂ ਸ਼ੁਰੂ ਹੋਈਆਂ ਸਰਕਾਰ ਦੇ ਨਾਲ। ਇਸ ਤੋਂ ਪਹਿਲਾਂ 5 ਸਾਲ ਕਹਿ ਲੋ ਅਮਨ ਦੇ ਹੀ ਲੰਘੇ ਸੀਗੇ, ਬਹੁਤਾ ਕੋਈ ਵੱਡਾ ਜੰਗ ਯੁੱਧ ਨਹੀਂ ਹੋਇਆ। ਸਿੰਘ ਆਰਾਮ ਨਾਲ ਬੈਠੇ ਸੀ ਘਰਾਂ ਪਿੰਡਾਂ 'ਚ, ਤੇ ਜਿੱਥੇ ਜਿਹੜੀ ਹਰੀਕੇ ਪੱਤਣ ਤੋਂ ਸੜਕ ਜਾਂਦੀ ਹੈ ਨਾ ਅੰਮ੍ਰਿਤਸਰ ਨੂੰ, ਹਰੀਕੇ ਪੱਤਣ ਵੱਲੋਂ ਮਾਲਵੇ ਵੱਲੋਂ ਆਉਂਦੀ ਹੈ, ਫਿਰੋਜ਼ਪੁਰ ਵੱਲੋਂ ਫਰੀਦਕੋਟ ਵੱਲੋਂ ਆਣਾ ਹੋਵੇ ਅੰਮ੍ਰਿਤਸਰ, ਤੇ ਉਹ ਹਰੀਕਾ ਪੱਤਣ ਆਉਂਦਾ ਦਰਿਆ, ਉਦੋਂ ਤੋਂ ਟੱਪ ਕੇ ਜਦੋਂ ਮਾਝੇ 'ਚ ਵੜ ਜਾਓ ਤੇ ਉਸ ਰੋਡ ਦੇ ਉੱਤੇ ਇੱਕ ਪਿੰਡ ਨਸ਼ਹਿਰਾ ਹੈ। ਹਾਂਜੀ, ਸਾਹਿਬ ਰਾਏ ਬੱਡ ਚੌਧਰੀ ਹੁਤੋ ਉਸੈ ਕੇ ਮਾਹੇ। ਉੱਥੇ ਪੰਨੂ ਗੋਤ ਦੇ ਜੱਟ ਰਹਿੰਦੇ, ਸਾਹਿਬ ਰਾਏ ਪੰਨੂ ਉੱਥੇ ਰਹਿੰਦਾ ਸੀ ਸਾਧ ਸੰਗਤ ਜੀ। ਚੌਪਈ ਦੋਏ ਘੋੜੀ ਉਸ ਘਰ ਥੀ ਚੰਗੀ। ਉਹ ਸਾਹਿਬ ਰਾਏ ਚੌਧਰੀ ਸੁਣਿਆ ਨਸ਼ਹਿਰੇ ਦਾ ਚੌਧਰੀ ਸੀਗਾ, ਤੇ ਉਹਦੇ ਕੋਲ ਬੜੀਆਂ ਵਧੀਆ 2 ਚੰਗੀਆਂ ਘੋੜੀਆਂ ਸਨ। ਪਰ ਖੇਤੀ ਚਰਾਵਤ ਨਹਿ ਸੰਗੀ। ਪਰ ਉਹ ਕੀ ਕਰਦਾ ਸੀ, ਹੰਕਾਰਿਆ ਸੀ ਸਾਹਿਬ ਰਾਏ, ਉਹਨੂੰ ਸਰਕਾਰੀ ਚੌਧਰੀ ਹੋਣ ਦਾ ਮਾਣ ਸੀਗਾ,
ਤੇ ਉਹ ਗਰੀਬ ਸਿੱਖਾਂ ਦੇ ਖੇਤਾਂ 'ਚ ਘੋੜੀਆਂ ਵਾੜ ਦਿੰਦਾ ਸੀ। ਤਹ ਭੀ ਦੋਏ ਸਿੰਘ ਖੇਤੀ ਕਰਾਵਤ। ਦੋ ਸਿੰਘ ਨਸ਼ਹਿਰੇ 'ਚ ਰਹਿੰਦੇ ਸੀ ਗਰੀਬ, ਤੇ 2-4 ਕਿੱਲੇ ਉਹਨਾਂ ਦੀ ਜ਼ਮੀਨ ਸੀਗੀ, ਉਹਨਾਂ ਦੀ ਥੋੜੀ ਜੀ ਖੇਤੀ ਸੀਗੀ। ਸੋ ਘੋੜੀ ਚੌਧਰੀ ਚਰ ਜਾਵਤ। ਤੇ ਚੌਧਰੀ ਆਪਣੀਆਂ ਘੋੜੀਆਂ ਸਿੱਖਾਂ ਦੇ ਖੇਤਾਂ 'ਚ ਵਾੜ ਦਿੰਦਾ ਸੀ, ਤੇ ਉਹ ਦੋਵਾਂ ਸਿੱਖਾਂ ਦੇ ਖੇਤ ਉਹਦੀਆਂ ਘੋੜੀਆਂ ਖਾ ਜਾਂਦੀਆਂ ਸਨ। ਤਉ ਸਿੰਘ ਸਾਹਿਬ ਰਾਏ ਪਹਿ ਗਏ। 10 ਸਿੰਘਾਂ ਨੇ ਜਿਹੜੇ ਪਿੰਡ ਦੇ ਸੀਗੇ, ਉਹਨਾਂ ਨੇ ਜਾ ਕੇ ਚੌਧਰੀ ਸਾਹਿਬ ਰਾਏ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਬੰਨੋ ਘੋੜੀ ਤਉ ਹਮ ਖੇਤ ਰਹੇ। ਕਹਿਣ ਲੱਗੇ, ਚੌਧਰੀ ਸਾਹਿਬ ਤੁਸੀਂ ਪਿੰਡ ਦੇ ਮਾਲਕ ਹੋ, ਤੇ ਅਸੀਂ ਤੁਹਾਡੀ ਰਈਅਤ ਤੁਹਾਡੇ ਪਿੰਡ 'ਚ ਰਹਿੰਦੇ ਆ। ਤੇ ਜਿਹੜਾ ਚੌਧਰੀ ਹੁੰਦਾ ਨਾ, ਉਹ ਪਿੰਡ ਦਾ ਮਾਂ-ਬਾਪ ਹੁੰਦਾ ਹੈ, ਤੇ ਉਹ ਆਪਣੇ ਪਿੰਡ ਦੇ ਜੀਆਂ ਨੂੰ ਆਪਣੇ ਬੱਚੇ ਸਮਝ ਕੇ ਪਾਲੇ, ਤਾਂ ਹੀ ਗੱਲ ਹੁੰਦੀ ਹੈ। ਅਸੀਂ ਤੁਹਾਡੇ ਸਮਝੋ ਬੱਚਿਆਂ ਵਰਗੇ ਆ, ਤੁਹਾਡੇ ਪਿੰਡ 'ਚ ਰਹਿੰਦੇ ਆ, ਤੁਸੀਂ ਸਾਡੇ ਮਾਈ ਬਾਪਾਂ ਵਰਗੇ ਹੋ, ਮਾਲਕ ਹੋ। ਪਰ ਚੌਧਰੀ ਸਾਹਿਬ ਤੁਹਾਡੀਆਂ ਘੋੜੀਆਂ ਸਾਡੇ ਖੇਤ ਖਾ ਜਾਂਦੀਆਂ। 2-2 4-4 ਸਾਡੇ ਖੇਤ ਨੇ, ਉਹਨਾਂ ਵਿੱਚੋਂ ਮਸੀਂ ਖਾਣ ਜੋਗੇ ਦਾਣੇ ਬੱਚਿਆਂ ਦੇ ਸਾਲ ਦੇ ਹੋਣੇ ਹੁੰਦੇ ਆ, ਉਹ ਤੁਹਾਡੀਆਂ ਘੋੜੀਆਂ ਖਾ ਜਾਂਦੀਆਂ। ਸਾਡੇ ਬੱਚੇ ਕੀ ਖਾਣਗੇ? ਅਸੀਂ ਕਿਵੇਂ ਗੁਜ਼ਾਰਾ ਕਰਾਂਗੇ? ਜੇ ਤੁਸੀਂ ਆਪਣੀਆਂ ਕਿਰਪਾ ਕਰਕੇ ਘੋੜੀਆਂ ਬੰਨ ਲਓ ਨਾ, ਤੇ ਸਾਡਾ ਗੁਜ਼ਾਰਾ ਚੱਲੇਗਾ ਤੁਹਾਡੇ ਪਿੰਡ ਵਿੱਚ। ਹਾਂਜੀ। ਤਉ ਚੌਧਰੀ ਕਹੀ ਸਿੰਘਨ ਉਚਾਰ। ਚੌਧਰੀ ਬੜਾ ਹੰਕਾਰਿਆ ਹੋਇਆ ਸੀ। ਸਾਹਿਬ ਰਾਏ ਸਿੰਘਾਂ ਦਾ ਬੜਾ ਵੈਰੀ ਸੀ, ਖਾਲਸੇ ਨੂੰ ਮਾੜਾ ਸਮਝਦਾ ਸੀ, ਤੇ ਪੰਨੂ ਗੋਤ ਦਾ ਸੀ ਉਹ। ਉਸ ਸਾਹਿਬ ਰਾਏ ਪੰਨੂ ਨੇ ਖਾਲਸੇ ਨੂੰ ਇੰਜ ਆਖਿਆ, ਤੁਮ ਘੋੜੀ ਰਖਾਵੋ ਹਮ ਮੁੰਨੈ ਚਾਹੇ ਤੁਮ ਵਾਰ। ਤੁਸੀਂ ਘੋੜੀਆਂ ਬਣਾਉਣੀਆਂ ਚਾਹੁੰਦੇ ਹੋ? ਮੈਂ ਆਪਣੀਆਂ ਘੋੜੀਆਂ ਤਾਂ ਬੰਨਾਂਗਾ, ਤੁਹਾਡੇ ਲੰਮੇ ਲੰਮੇ ਕੇਸ ਮੁੰਨ ਕੇ ਉਹਨਾਂ ਦੇ ਰੱਸੇ ਬਣਾਵਾਂਗਾ, ਤੇ ਤੁਹਾਡੇ ਕੇਸਾਂ ਦੇ ਰੱਸਿਆਂ ਨਾਲ ਮੈਂ ਘੋੜੀਆਂ ਬੰਨਾਂਗਾ। ਤੁਸੀਂ ਘੋੜੀਆਂ ਬਣਾਉਣੀਆਂ ਗੱਲਾਂ ਕਰਦੇ ਹੋ? ਮੈਂ ਤੁਹਾਡੇ ਵਾਲ ਮੁੰਨਣ ਨੂੰ ਫਿਰਦਾ। ਮੈਂ ਤੁਹਾਡੇ ਕੇਸ ਮੁੰਨ ਕੇ, ਦਾੜੀਆਂ ਮੁੰਨ ਕੇ, ਤੇ ਉਹਨਾਂ ਦੇ ਰੱਸੇ ਵਟਾਂਗਾ, ਤੇ ਫਿਰ ਮੇਰੀਆਂ ਘੋੜੀਆਂ ਵੱਜਣਗੀਆਂ। ਸੁਣ ਸਿੰਘਣ ਤਨ ਮਨ ਲੱਗੀ ਆਗ। ਇਹ ਸੁਣ ਕੇ ਖਾਲਸੇ ਨੂੰ, ਉਹਨਾਂ ਦੋਵਾਂ ਸਿੰਘਾਂ ਨੂੰ, ਉਹਨਾਂ ਪਰਿਵਾਰਾਂ ਨੂੰ ਬੜੀ ਅੱਗ ਲੱਗੀ, ਦੁੱਖ ਲੱਗਿਆ ਵੱਡਾ ਭਾਰੀ, ਕਿਉਂਕਿ ਕੇਸ ਤਾਂ ਗੁਰੂ ਦੀ ਮੋਹਰ ਨੇ। ਜੇ ਕੋਈ ਕੇਸਾਂ ਦੇ ਬੇਅਦਬੀ ਦੀ ਗੱਲ ਕਰਦਾ, ਖਾਲਸਾ ਨਹੀਂ ਜਰ ਸਕਦਾ। ਉਹਨਾਂ ਸਿੰਘਾਂ ਨੂੰ ਅੱਗ ਲੱਗ ਗਈ ਇਹ ਗੱਲ ਸੁਣ ਕੇ। ਕਹਾਂ ਕਰੈ ਕਿਛ ਕਾਬੂ ਨਾ ਲਾਗ। ਕਹਿਣ ਲੱਗੇ, ਕੀ ਕਰੀਏ, ਕੋਈ ਚਾਰਾ ਹੀ ਨਹੀਂ। ਬੜਾ ਹਾਕੜਿਆ ਹੋਇਆ, ਬੜਾ ਹੰਕਾਰਿਆ ਹੋਇਆ ਚੌਧਰੀ। ਇਹਨੂੰ ਸ਼ਰਮ ਨਹੀਂ? ਅਸੀਂ ਇਹਦੇ ਪਿੰਡ ਦੇ ਰਹਿਣ ਵਾਲੇ ਭਰਾ ਆ, ਜਾਤ ਭਾਈ ਆ, ਇਹਦੇ ਪਿੰਡ ਦੇ ਆ, ਤੇ ਸਾਨੂੰ ਐਡੀ ਮਾੜੀ ਗੱਲ ਇਹਨੇ ਕਹਿ ਦਿੱਤੀ ਵੀ ਤੁਹਾਡੇ ਕੇਸ ਮੁੰਨਾਗਾ। ਇਹ ਬੜਾ ਆਕੜਿਆ ਹੰਕਾਰਿਆ ਹੋਇਆ ਚੌਧਰੀ। ਬਹੁ ਟੱਬਰਦਾਰੀ ਹੈ ਪਿੰਡ ਮਾਹੇ। ਸਾਡੀ ਪਿੰਡ 'ਚ ਟੱਬਰਦਾਰੀ, ਬੱਚੇ ਵੀ ਨੇ, ਬੀਬੀਆਂ ਨੇ, ਪਰਿਵਾਰ ਨੇ। ਕਬੀਲਦਾਰ ਬੰਦੇ ਵਿਚਾਰੇ ਬੜਾ ਸੋਚਦੇ, ਪਰਿਵਾਰ ਬਾਰੇ ਹਰ ਇੱਕ ਨੂੰ ਸੋਚਣਾ ਪੈਂਦਾ, ਆਪਣੇ ਬੱਚਿਆਂ ਬਾਰੇ। ਨਹੀਂ ਮਾਰਤ ਤੁਮ ਕਉ ਅਬ ਥਾਏ। ਕਹਿਣ ਲੱਗੇ, ਜੇ ਸਾਡੇ ਬੱਚੇ ਇੱਥੇ ਨਾ ਰਹਿੰਦੇ ਹੁੰਦੇ ਤੇ ਸਾਹਿਬ ਰਾਏ ਨੂੰ ਅਸੀਂ ਦੋਵੇਂ ਝਟਕਾ ਦਿੰਦੇ। ਪਰ ਹੁਣ ਗੱਲ ਇਹ ਹੈ ਬਈ ਪਿੰਡ 'ਚ ਰਹਿਣਾ, ਤੇ ਇਹ ਚੌਧਰੀ ਆ, ਦੁਸ਼ਮਣੀ ਪੈ ਜਾਏਗੀ, ਬੱਚਿਆਂ ਦਾ, ਪਰਿਵਾਰ ਦਾ ਨੁਕਸਾਨ ਹੋਏਗਾ। ਉਹ ਸਿੰਘ ਵਿਚਾਰੇ ਸੋਚਣ ਲੱਗ ਪਏ। ਸੋ ਗਏ ਸਿੰਘ ਦੁਖਤ ਭੁਸਿਓ ਗਿਰਾਏ। ਸਾਧ ਸੰਗਤ ਜੀ, ਉਹਦੇ ਲਾਗੇ ਹੀ ਪਰ ਇੱਕ ਭੁੱਸਾ ਪਿੰਡ ਹੈ, ਮਾਝੇ ਵਿੱਚ ਪ੍ਰਸਿੱਧ ਹੈ ਭੁੱਸਾ। ਉਹ ਦੋਵੇਂ ਸਿੰਘ ਭੁੱਸੇ ਚਲੇ ਗਏ। ਪੁੱਤੋ ਬਘੇਲ ਸਿੰਘ ਅਮਰ ਸਿੰਘ ਢਿੱਲੋਂ ਥਾਏ। ਉੱਥੇ ਢਿੱਲੋਂ ਗੋਤ ਦੇ 2 ਸੂਰਮੇ ਰਹਿੰਦੇ ਸੀਗੇ। ਇੱਕ ਦਾ ਨਾਂ ਸੀ ਬਘੇਲ ਸਿੰਘ, ਬਾਬਾ ਬਘੇਲ ਸਿੰਘ। ਦੂਜੇ ਦਾ ਨਾਂ ਸੀ ਬਾਬਾ ਅਮਰ ਸਿੰਘ। ਸਦ ਉਨ ਕੋ ਦਈ ਘੋੜੀ ਕਢਾਏ। ਉਹ ਬੜੇ ਫੁਰਤੀਲੇ ਸਨ, ਘੋੜੀਆਂ ਘਾੜੀਆਂ ਕੱਢਣੀਆਂ, ਲੈ ਜਾਣੀਆਂ, ਉਹਨਾਂ ਨੂੰ ਆਉਂਦਾ ਸੀ ਇਹ ਤਰੀਕਾ, ਜਿਹਨੂੰ ਕਹਿ ਲੈਂਦੇ ਆ ਵੀ ਚੋਰੀ ਕਰਨੀ। ਕਈ ਵਾਰੀ ਖਾਲਸਾ ਜੀ, ਕਈ ਚੀਜ਼ਾਂ ਮਾੜੀਆਂ ਹੁੰਦੀਆਂ ਪਰ ਚੰਗੇ ਲਈ ਵਰਤਣੀਆਂ ਪੈਂਦੀਆਂ। ਚੋਰੀ ਕਰਨੀ ਹੈ ਤਾਂ ਮਾੜੀ, ਮਹਾਰਾਜ ਨੇ ਮਨਾ ਕੀਤੀ। ਬਾਬੇ ਬਿਧੀ ਚੰਦ ਸਾਹਿਬ ਜੀ ਜਦੋਂ ਪਹਿਲੀ ਵਾਰ ਆਏ ਨਾ, 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕੋਲ ਆਏ ਸੀਗੇ ਸਿੱਖ ਬਣਨ ਵਾਸਤੇ, ਤੇ 5ਮ ਪਾਤਸ਼ਾਹ ਕਹਿੰਦੇ, ਕਾਕਾ ਕੰਮ ਕੀ ਕਰਦਾ? ਕਹਿੰਦਾ, ਮਹਾਰਾਜ ਚੋਰੀ ਕਰੀਦੀ ਆ। ਤੇ ਮਹਾਰਾਜ ਕਹਿੰਦੇ, ਕਾਕਾ ਫਿਰ ਚੋਰ ਨੂੰ ਤੇ ਨਹੀਂ ਸਿੱਖ ਬਣਾ ਸਕਦੇ, ਅਸੀਂ ਚੋਰੀ ਛੱਡ ਦੇ, ਸਿੱਖ ਬਣਾਵਾਂਗੇ। ਕਹਿੰਦਾ, ਮਹਾਰਾਜ ਝੂਠ ਬੋਲਣਾ ਬੜਾ ਮਾੜਾ ਕੰਮ ਹੈ। ਮੈਂ ਕਹਿ ਦਿਆਂ ਵੀ ਚੋਰੀ ਛੱਡ ਦਿਆਂਗਾ, ਪਰ ਪਿੱਛੋਂ ਮੇਰੇ ਕੋਲ ਛੱਡੀ ਨਾ ਗਈ ਤੇ ਫੇਰ ਝੂਠਾ ਪਾਵਾਂਗਾ।
ਮੈਂ ਨਹੀਂ ਵਾਅਦਾ ਕਰਦਾ, ਮਹਾਰਾਜ ਆਦਤ ਪਈ ਹੋਈ ਹੈ। ਕਹਿੰਦੇ ਚੋਰ ਚੋਰੀ ਛੱਡ ਦਿੰਦਾ, ਹੇਰਾ ਫੇਰੀ ਨਹੀਂ ਛੱਡਦਾ, ਆਦਤ 'ਚ ਪੈ ਗਈ। ਤੇ ਮਹਾਰਾਜ ਜੀ ਵੀ ਹੁਣ ਮੈਂ ਤੁਹਾਨੂੰ ਕੀ ਕਹਾਂ, ਮੈਂ ਚੋਰੀ ਛੱਡ ਦਿਆਂਗਾ, ਮੇਰੇ ਤੋਂ ਇਹ ਤੁਸੀਂ ਕਿਰਪਾ ਕਰੋਗੇ ਛਡਾ ਲਓ ਤੇ ਤੁਹਾਡੀ ਮਰਜ਼ੀ, ਮੈਂ ਨਹੀਂ ਕਹਿੰਦਾ। ਤੇ ਸਤਿਗੁਰੂ ਕਹਿਣ ਲੱਗੇ ਚੰਗਾ ਫਿਰ ਤੇਰੀ ਲੋੜ ਪਏਗੀ। ਇਹ ਪੰਚਮ ਪਾਤਸ਼ਾਹ ਦੇ ਬਚਨ ਹੋਏ ਗੁਰੂ ਅਰਜਨ ਦੇਵ ਜੀ ਦੇ। ਛੇਵੇਂ ਪਾਤਸ਼ਾਹ ਦੇ ਸਮੇਂ ਘੋੜੇ ਕੱਢ ਕੇ ਲਿਆਣੇ ਪਏ ਨਾ, ਕਿਲੇ ਵਿੱਚੋਂ ਵਿਧੀ ਚਾਂਦੀ ਲਿਆਇਆ। ਜੇ ਮਾਤੜ ਨੂੰ ਕਹਿੰਦੇ ਕਥਾ ਕਰਨ ਵਾਲੇ ਨੂੰ ਵੀ ਤੂੰ ਜਾ ਕਥਾ ਜਿੰਨੀ ਮਰਜ਼ੀ ਕਰਾ ਲੋ, ਬੜਾ ਕੰਮ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ, ਇਹ ਕੋਈ ਸੌਖਾ ਕੰਮ ਨਹੀਂ। ਆਪਣੇ ਆਪਣੇ ਕੰਮ ਦਾ ਸਾਰਾ ਐਕਸਪਰਟ ਹੁੰਦੇ ਆ। ਤੇ ਬਘੇਲ ਸਿੰਘ ਤੇ ਅਮਰ ਸਿੰਘ ਇਹ ਕੰਮ ਕਰ ਸਕਦੇ ਸੀ, ਕਹਿ ਲੋ ਫੁਰਤੀਲੇ ਸੀਗੇ। ਜੇ ਸਾਨੂੰ ਕਹਿੰਦੇ ਵੀ ਆ ਕੰਮ ਅਸੀਂ ਤੇ ਆਖਣਾ ਨਾ ਭਾਈ, ਮਰ ਜਾਗੇ, ਘੋੜੀਆਂ ਕੱਢਣੀਆਂ। ਉਹ ਕਹਿੰਦੇ ਜਾਓ ਸਿੰਘੋ ਤੁਸੀਂ ਆਰਾਮ ਨਾਲ, ਅਸੀਂ ਇਹ ਕੱਲ ਨੂੰ ਵੇਖੋ ਕੀ ਚੰਨ ਚਾੜਦੇ ਆ। ਰਾਤ ਨੂੰ ਪਏ ਦੋਵੇਂ ਸੂਰਮੇ, ਬਾਬਾ ਬਘੇਲ ਸਿੰਘ ਅਮਰ ਸਿੰਘ ਸਾਹਿਬ ਰਾਏ ਦੀਆਂ ਦੋਵੇਂ ਘੋੜੀਆਂ ਤਬੇਲਿਓਂ ਕੱਢ ਲਈਆਂ। ਹੁਣ ਅੱਗੇ ਦਈ ਘਰਿਆਲੇ ਪਹੁੰਚਾਏ। ਉਹਨਾਂ ਦੋਵਾਂ ਨੇ ਭੁੱਸੇ ਵਾਲੇ ਅਮਰ ਸਿੰਘ ਤੇ ਢਿੱਲੋਂ ਬਘੇਲ ਸਿੰਘ ਨੇ ਘੋੜੀਆਂ ਕੱਢ ਕੇ ਨਸ਼ਹਿਰਿਓਂ ਘਰਿਆਲੇ ਪਿੰਡ ਪਹੁੰਚਾ ਦਿੱਤੀਆਂ। ਦੋਹਰਾ ਅੱਗੋਂ ਲੈ ਲਖਮੀਰ ਸਿੰਘ ਸੰਧੂ ਜੰਗਲ ਵੇਚੀ ਜਾਏ। ਅੱਗੇ ਲਖਮੀਰ ਸਿੰਘ ਸੰਧੂ ਘਰਿਆਲੇ ਦਾ, ਉਹ ਦੋਵੇਂ ਘੋੜੀਆਂ ਲੈ ਕੇ ਦਰਿਆਓਂ ਟੱਪ ਗਿਆ। ਹਰੀ ਕੇ ਪਤਨੋਂ ਪਾ ਬੇੜੀ ਚ ਲੰਘ ਗਿਆ ਰਾਤੋਂ ਰਾਤ ਸੂਰਮਾ। ਲਖਮੀਰ ਸਿੰਘ ਸੰਧੂ ਨੇ ਜਾ ਕੇ ਦੋਵੇਂ ਘੋੜੀਆਂ ਮਹਾਰਾਜੇ ਪਟਿਆਲੇ ਦੇ ਸਰਦਾਰ ਆਲਾ ਸਿੰਘ ਦੇ ਕੋਲ ਵੇਚ ਦਿੱਤੀਆਂ। ਫਿਰ ਬਾਏ ਤਾਰੈ ਸਿੰਘ ਪਹਿ ਤੈ ਲੰਗਰ ਪੈਸੇ ਪਾਏ। ਘੋੜੀਆਂ ਦੀ ਜਿੰਨੀ ਕੀਮਤ ਮਹਾਰਾਜਾ ਪਟਿਆਲਾ ਨੇ ਦਿੱਤੀ, ਬਾਬੇ ਆਲਾ ਸਿੰਘ ਨੇ ਉਹ ਕੀਮਤ ਜਾ ਕੇ ਤਾਰਾ ਸਿੰਘ ਦੇ ਲੰਗਰ ਚ ਪਾਤੀ ਦੋਵਾਂ ਨੇ। ਉਸ ਲਖਮੀਰ ਸਿੰਘ ਨੇ ਵੀ ਤੇ ਅਮਰ ਸਿੰਘ ਤੇ ਬਘੇਲ ਸਿੰਘ, ਇਹ ਤਿੰਨਾਂ ਨੇ ਜਿਹੜੀ ਮਾਇਆ ਆਪ ਨਹੀਂ ਰੱਖੀ, ਘੋੜੀਆਂ ਦਾ ਪੈਸਾ ਨਹੀਂ ਰੱਖਿਆ। ਕਹਿੰਦੇ ਗੁਰੂ ਕੇ ਲੰਗਰ ਚ ਪਾ ਦਿਓ, ਸੰਗਤ ਪ੍ਰਸ਼ਾਦਾ ਛਕੇਗੀ। ਸਿੰਘ ਉਦੋਂ ਲਾਲਚੀ ਨਹੀਂ ਸੀ। ਚੋਰੀ ਧਰਮ ਵਾਸਤੇ ਕੀਤੀ ਹੈ, ਸਵਾਰਥ ਵਾਸਤੇ ਨਹੀਂ ਕੀਤੀ, ਭਲੇ ਵਾਸਤੇ ਕੀਤੀ ਹੈ, ਆਪਣੇ ਵਾਸਤੇ ਨਹੀਂ ਕੀਤੀ। ਉਹ ਜਦੋਂ ਦੋਵਾਂ ਘੋੜੀਆਂ ਦੀ ਮਾਇਆ ਜਿਹੜੀ ਸੀ ਤਾਰਾ ਸਿੰਘ ਦੇ ਲੰਗਰ ਚ ਪੈ ਗਈ। ਚੌਪਈ ਮਗਰ ਸਾਹਿਬ ਰਾਏ ਸੇਲੂ ਦੌੜੇ। ਪਿੱਛੇ ਹੁਣ ਜਿਹੜੇ ਸਾਹਿਬ ਰਾਏ ਕੋਈ ਛੋਟਾ ਬੰਦਾ ਨਹੀਂ ਸੀ, ਤਗੜਾ ਖਾਂਦਾ ਪੀਂਦਾ, ਕਈ ਪਿੰਡਾਂ ਦਾ ਮਾਲਕ ਸੀ। ਉਹਨੇ ਆਪਣੇ ਖੋਜੀ ਲਾਤੇ ਵੀ ਘੋੜੀਆਂ ਦੀ ਪੈੜ ਕੱਢੋ, ਘੋੜੀਆਂ ਗਈਆਂ ਕਿੱਥੇ ਨੇ, ਕੌਣ ਲੈ ਗਿਆ, ਕਿਵੇਂ ਗਈਆਂ ਨੇ। ਚੋਰਾਂ ਦਾ ਖੁਰਾ ਲੱਭਣ ਲਈ ਪੁਰਾਣੇ ਜ਼ਮਾਨੇ 'ਚ ਖੋਜੀ ਹੁੰਦੇ ਸੀ, ਅੱਜ ਵੀ ਕਿਤੇ ਕਿਤੇ ਹਨ। ਉਹ ਲੱਭ ਲੈਂਦੇ ਆ, ਪੈੜ ਲੱਭ ਲੈਂਦੇ ਆ, ਬੜੀ ਫੁਰਤੀ ਹੁੰਦੀ, ਉਹਨਾਂ ਦੇਖ ਲੈਂਦੇ ਇਹ ਇੱਧਰ ਗਏ ਆ, ਦੱਸ ਦਿੰਦੇ। ਉਹਨਾਂ ਸਿਆਣੇ ਖੋਜੀਆਂ ਨੇ ਖੋਜ ਕੱਢ ਲਈ। ਲੈ ਪੁੱਜੇ ਖੋਜ ਸੋ ਭੀ ਇਸ ਤੇ ਸਠਾਉੜੇ। ਉਹ ਖੋਜ ਤੁਰਦੀ ਕਈ ਪਾਸਿਓਂ ਘੁੰਮ ਕੇ ਕਿੱਥੇ ਪਹੁੰਚ ਗਈ, ਤਾਰਾ ਸਿੰਘ ਦੇ ਡੇਰੇ। ਵੀ ਗੱਲ ਇੱਥੇ ਆਈ ਹੈ ਸਾਰੀ, ਇੱਥੇ ਪਹੁੰਚਿਆ ਕਹਾਣੀ ਸਾਰੀ। ਹਾਂਜੀ, ਉਸ ਖੋਜੀ ਸਿੰਘ ਚੋਰ ਬਣਾਏ। ਉਹਨੇ ਖੋਜੀਆਂ ਨੇ ਭਾਈ ਬਘੇਲ ਸਿੰਘ ਜੀ ਤੇ ਭਾਈ ਅਮਰ ਸਿੰਘ ਨੂੰ ਮੁੱਖ ਚੋਰ ਮੰਨਿਆ, ਤੇ ਤੀਜਾ ਮਦਦਗਾਰ ਘਰਿਆਲੇ ਵਾਲਾ ਲਖਮੀਰ ਸਿੰਘ ਮੰਨਿਆ। ਹੁਣ ਸਿੰਘਨ ਲੁਕਣ ਨਾ ਠੌਰ ਲਭਾਏ। ਹੋਰ ਸਿੰਘਾਂ ਦੇ ਲੁਕਣ ਦੀ ਥਾਂ ਕੋਈ ਨਹੀਂ, ਸਿੰਘ ਲੁਕਣਗੇ ਵੀ ਤੇ ਤਾਰਾ ਸਿੰਘ ਕੋਲ ਹੀ ਲੁਕਣਗੇ। ਤੇ ਨੱਠ ਆਏ ਬਹਿ ਤਾਰੇ ਸਿੰਘ ਪਾਸ। ਉਹ ਸਾਰੇ ਤਾਰਾ ਸਿੰਘ ਕੋਲ ਆ ਕੇ ਬਹਿ ਗਏ, ਬਘੇਲ ਸਿੰਘ ਤੇ ਅਮਰ ਸਿੰਘ ਤੇ ਲਖਮੀਰ ਸਿੰਘ। ਵਹਿ ਜੋ ਜੀਵਨ ਰੱਖੇ ਨਾ ਆਸ। ਕਿਉਂਕਿ ਉਹਨਾਂ ਤਿੰਨਾਂ ਸਿੰਘਾਂ ਨੂੰ ਭਰੋਸਾ ਸੀ ਕਿ ਬਾਬਾ ਤਾਰਾ ਸਿੰਘ ਜੀ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਪਰ ਤਿਆਰ ਰਹਿੰਦੇ, ਉਹ ਹੀ ਸਾਨੂੰ ਸਾਂਭ ਸਕਣਗੇ, ਸੂਰਮਾ ਹੀ ਸੂਰਮਿਆਂ ਨੂੰ ਸਾਂਭਦਾ। ਸੋ ਐਸਾ ਭਰੋਸਾ ਕਰਕੇ ਉਹ ਆ ਗਏ। ਤਹਿ ਹੀ ਆਪ ਸਾਹਿਬ ਰਾਏ ਆਇਆ। ਉੱਥੇ ਪਿੱਛੇ ਸਾਹਿਬ ਰਾਏ ਖੋਜੀ ਦਾ ਆਖੇ ਲਾ ਕੇ ਤਾਰਾ ਸਿੰਘ ਦੇ ਡੇਰੇ ਆ ਗਿਆ, ਵਾਂ ਪਿੰਡ ਵਿੱਚ ਆਏ ਤਾਰੇ ਸਿੰਘ ਬੋਲ ਸੁਣਾਇਆ। ਉਹਨੇ ਬਾਬੇ ਤਾਰਾ ਸਿੰਘ ਜੀ ਨੂੰ ਆ ਕੇ ਬੜੇ ਰੋਹਬ ਨਾਲ ਆਖਿਆ, ਹਮਰੇ ਦੇਹੋ ਤੂੰ ਚੋਰ ਫੜਾਏ। ਕਹਿਣ ਲੱਗਾ, ਉਹ ਤਾਰਾ ਸਿਆ ਤੂੰ ਇਹ ਕੀ ਕੰਮ ਫੜਿਆ, ਤੂੰ ਆਪਣੇ ਡੇਰੇ 'ਚ ਚੋਰ ਰੱਖੇ ਨੇ? ਆ ਜਿਹੜੇ ਚੋਰ ਨੇ ਸਾਡੇ ਘੋੜੀਆਂ ਦੇ ਚੋਰ, ਇਹ ਮੈਨੂੰ ਫੜਾ ਦੇ। ਨਹਿ ਦੇਹ ਲਿਉ ਲਿਹੌਰ ਮਗਾਏ। ਜੇ ਤੂੰ ਕਿਤੇ
ਆ ਜਿਹੜੇ ਚੋਰ ਮੇਰੇ ਹਵਾਲੇ ਨਾ ਕੀਤੇ ਤੇ ਮੈਂ ਲਾਹੌਰ ਜਾਵਾਂਗਾ ਤੇ ਫਿਰ ਤੈਨੂੰ ਪਤਾ ਲੱਗੇਗਾ ਤੇਰੇ ਨਾਲ ਕੀ ਬੀਤੇਗੀ। ਅਬ ਤੂੰ ਰੱਖ ਇਨ ਖੂਬ ਸੰਭਾਲ, ਜੇ ਤੂੰ ਨਹੀਂ ਦੇਣੇ ਚੋਰ ਤੇ ਰੱਖ ਫਿਰ ਇਹਨਾਂ ਨੂੰ, ਵੇਖਾਂ ਕਿਵੇਂ ਰੱਖੇਗਾ। ਮਤ ਕਤ ਲੁਕ ਜਾਵੇਂ ਤੁਮ ਗਾਲ, ਇਹ ਕਿਤੇ ਤੈਨੂੰ ਮਾਰ ਕੇ ਤੈਨੂੰ ਮਰਵਾ ਕੇ ਆਪ ਲੁੱਕ ਨਾ ਜਾਣ ਕਿਤੇ। ਬਘੇਲ ਸਿੰਘ ਹੋਰੀ ਤੂੰ ਇਹਨਾਂ ਨੂੰ ਰੱਖੀ ਬੈਠਾ ਹੈਂ। ਜੇ ਸਰਕਾਰੀ ਫੌਜਾਂ ਆ ਗਈਆਂ ਇਹਨਾਂ ਨੇ ਭੱਜ ਜਾਣਾ ਤੇ ਤਾਰਾ ਸਿੰਘ ਤੂੰ ਫਸ ਜਾਣਾ ਹੈ। ਸਿੰਘ ਕਹੇ ਇਹ ਸਿੰਘ ਨਹਿ ਚੋਰ, ਅੱਗੋਂ ਤਾਰਾ ਸਿੰਘ ਸੂਰਮਾ ਸੀਗਾ, ਉਹ ਇਹੋ ਜੀਆਂ ਗਿੱਦੜ ਧਮਕੀਆਂ ਤੋਂ ਕਿੱਥੇ ਡਰਨ ਵਾਲਾ ਸੀ। ਸਵਾ ਸ਼ੇਰ ਹੋ ਕੇ ਬੋਲਿਆ, ਕਹਿਣ ਲੱਗਾ ਚੋਰ ਇਹ ਨਹੀਂ ਚੌਧਰੀ, ਚੋਰ ਤੇ ਤੂੰ ਐ। ਚੋਰ ਤੂੰ ਹੀ ਚਰਾਵਹਿ ਖੇਤੀ ਕਰ ਜੋਰ, ਚੋਰ ਤੇ ਤੂੰ ਆ ਜਿਹੜਾ ਗਰੀਬ ਸਿੱਖਾਂ ਦੀਆਂ ਖੇਤੀਆਂ ਉਜਾੜਦਾ ਹੈ, ਉਹਨਾਂ ਦੇ ਬੱਚਿਆਂ ਦੇ ਮੂੰਹ 'ਚ ਪੈਣ ਵਾਲਾ ਦਾਣਾ ਆਪਣੇ ਘੋੜੀਆਂ ਨੂੰ ਚਲਾ ਦਿੰਦਾ ਹੈ। ਚੋਰ ਤੇ ਤੂੰ ਹੈ। ਇਹ ਤੇ ਗੁਰੂ ਕੇ ਸਿੰਘ ਨੇ, ਬਾਣੀ ਪੜਨ ਵਾਲੇ ਸੂਰਬੀਰ ਯੋਧੇ ਨੇ। ਕਰ ਇਨਸਾਫ ਲੈ ਤੈਨੂੰ ਲੂਟ, ਹਾਂ ਇਹਨਾਂ ਨੇ ਇਨਸਾਫ ਕੀਤਾ ਜੇ, ਤੂੰ ਬੇਇਨਸਾਫੀ ਕੀਤੀ ਹੈ। ਇਹਨਾਂ ਨੇ ਜੇ ਤੈਨੂੰ ਲੁੱਟਿਆ ਨਾ ਤੇ ਇਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ। ਹਮਰੀ ਜਿੰਦ ਤੇ ਨਵਾਬ ਕਿਆ ਲੈ ਕੂਟ, ਹਾਂ ਤੂੰ ਨਵਾਬ ਨੂੰ ਲਾਇਆ ਤੇ ਭਾਵੇਂ ਨਵਾਬ ਦੇ ਪਿਓ ਨੂੰ ਲਾਇਆ। ਦੇਖੋ ਸ੍ਰੀ ਵਾਹਿਗੁਰੂ, ਭਾਵੇਂ ਜ਼ਕਰੀਏ ਨੂੰ ਲਾਇਆ ਤੇ ਜ਼ਕਰੀਏ ਦੇ ਪਿਓ ਨੂੰ ਲਾਇਆ। ਸਾਡੀ ਜਾਨ ਅੱਗੇ ਤਲੀ ਤੇ ਸਾਡਾ ਕੀ ਮਾਰੇ, ਮਰਿਆਂ ਦਾ ਕੀ ਮਾਰੇਗਾ ਉਹ? ਅਸੀਂ ਤੇ ਪਹਿਲਾਂ ਹੀ ਮਰਨਾ ਪ੍ਰਵਾਨ ਕੀਤਾ ਹੋਇਆ, ਤੂੰ ਕਿਹੜੀ ਧਮਕੀ ਦਿੰਦਾ ਸਾਨੂੰ? ਦੋਹਰਾ ਜਹ ਤੋ ਹਮਨੇ ਹੀ ਮਿਥੀ ਸਿਰ ਤੁਰਕਨ ਲਾਇਕ ਦੇਹ, ਅਸੀਂ ਜਿਸ ਦਿਨ ਅਮਰ ਛਕਿਆ ਸੀ ਉਸ ਦਿਨ ਇਹ ਹੀ ਪਰਨ ਕੀਤਾ ਸੀ ਵੀ ਤੁਰਕਾਂ ਦੇ ਸਿਰ ਲਾ ਕੇ ਸ਼ਹੀਦੀ ਪਾਵਾਂਗੇ। ਲੋਕ ਭੱਜ ਕੇ ਨਹਿ ਬਚੈ ਹਮ ਮਰੈ ਬਹੁਤਨ ਸੰਗ ਲੇਹ, ਅਸੀਂ ਲੁੱਕ ਭੱਜ ਕੇ ਜੀਣ ਵਾਸਤੇ ਥੋੜਾ ਬਣੇ ਆ, ਅਸੀਂ ਤੇ ਸਾਹਮਣੇ ਛਾਤੀਆਂ ਡਾਈਆਂ ਹੋਈਆਂ ਨੇ। ਜਦੋਂ ਮਰਜ਼ੀ ਆ ਜਾਵੇ ਇੱਕ ਇਹੋ ਜਿਹਾ ਨਿਉਂਦਾ ਪਾਵਾਂਗੇ, ਯਾਦ ਰੱਖੇਗਾ ਜ਼ਕਰੀਆ ਖਾਨ। ਚਾਉ ਪਈ ਵਧਤੀ ਵਧਤ ਗੱਲ ਵੱਧ ਗਈ, ਉਹ ਵੀ ਸਾਹਿਬ ਰਾਏ ਸੀ, ਉਹ ਵੀ ਬੁੜਬੁੜ ਕਰੀ ਜਾਵੇ ਅੱਗੋਂ, ਤੇ ਇਹ ਸਿੰਘ ਕਿਹੜਾ ਘੱਟ ਸੀਗਾ। ਇਹ ਦੋਵੇਂ ਆਪਸ ਚ ਬੋਲਦੇ ਬਹੁਤਾ ਹੀ ਬੋਲ ਗਏ। ਬੁਰੀ ਸਾਇਤ ਪਰ ਸਿੰਘਨ ਆਈ, ਸਮਝੋ ਇਹ ਘੜੀ ਖਾਲਸੇ ਦੀ ਸ਼ਹੀਦੀਆਂ ਦੀ ਆ ਚੁੱਕੀ ਸੀ, ਸਮਾਂ ਆ ਗਿਆ ਸੀ, ਬਹਾਨਾ ਬਣ ਗਿਆ ਸੀ। ਜੱਟ ਜਾ ਪੱਟੀ ਫਰਿਆਦ ਹੈ ਕਰੀ, ਸਾਹਿਬ ਰਾਏ ਨੇ ਜਾ ਕੇ ਪੱਟੀ ਦੇ ਨਵਾਬ ਕੋਲ ਫਰਿਆਦ ਕੀਤੀ। ਨੇੜੇ ਪੱਟੀ ਠਾਣਾ ਪੈਂਦਾ ਸੀ ਉਦੋਂ, ਪਰਗਣਾ ਪੱਟੀ ਸੀ ਉੱਥੇ। ਤੁਮ ਇਹਾਂ ਬੈਠੇ ਸੁਖ ਸੋ ਘਰੀ, ਕਹਿਣ ਲੱਗੇ ਤੁਸੀਂ ਇੱਥੇ ਆਰਾਮ ਨਾਲ ਸੁੱਖ ਨਾਲ ਬੈਠੇ ਹੋ, ਹਮ ਤੋ ਲੀਨੇ ਸਿੰਘਨ ਉਗਰਾਹੇ, ਸਾਨੂੰ ਤੇ ਸਿੰਘ ਲੁੱਟੀ ਜਾਂਦੇ ਆ, ਨਾਲੇ ਮਾਮਲਾ ਤੁਹਾਨੂੰ ਦਈਏ ਨਾਲੇ ਸਿੰਘਾਂ ਨੂੰ ਦਈਏ। ਇੱਕ ਪਾਸੇ ਤੁਹਾਡਾ ਰਾਜ ਹੈ, ਇੱਕ ਪਾਸੇ ਤਾਰਾ ਸਿੰਘ ਰਾਜ ਕਰੀ ਜਾਂਦਾ ਹੈ। ਹਮ ਤੋ ਟਕੇ ਇੱਕ ਹੀ ਦੇ ਥਾਹੇ, ਸਾਹਿਬ ਰਾਏ ਕਹਿਣ ਲੱਗਾ ਅਸੀਂ ਤੇ ਇੱਕ ਥਾਂ ਤੇ ਟੈਕਸ ਦੇਣਾ, ਜਾਂ ਤੁਹਾਨੂੰ ਦੇਾਂਗੇ ਜਾਂ ਸਿੰਘਾਂ ਨੂੰ ਦੇਾਂਗੇ। ਸੁਣ ਹਾਕਮ ਤਿਸ ਲੱਗ ਗਈ ਆਗ, ਹਾਕਮ ਨੂੰ ਇਹ ਸੁਣ ਕੇ ਬੜੀ ਅੱਗ ਲੱਗੀ। ਹੈ ਕੌਣ ਹੈ ਸਾਡੇ ਹੁੰਦਿਆਂ ਮਾਮਲਾ ਲੈਣ ਵਾਲਾ? ਅਸੀਂ ਮਾਲਕਾਂ ਮੁਲਕਾਂ ਦੇ। ਸੁੱਤੋ ਸ਼ੇਰ ਜਨ ਉਨਿਓ ਜਾਗ, ਜਿਵੇਂ ਸੁੱਤਾ ਸ਼ੇਰ ਜਾਗ ਪੈਂਦਾ, ਕਹਿੰਦੇ ਏਦਾਂ ਜਾਗ ਪਿਆ ਹਾਕਮ। ਤੋ ਪੁੱਛਿਓ ਹਾਕਮ ਸਿੰਘ ਹੈ ਕਿਤ ਥਾਏ, ਤੇ ਹਾਕਮ ਨੇ ਪੁੱਛਿਆ ਸਾਹਿਬ ਰਾਏ ਉਹ ਸਿੰਘ ਹੈਣ ਕਿੱਥੇ ਜਿਨ੍ਹਾਂ ਨੇ ਤੇਰੀਆਂ ਘੋੜੀਆਂ ਕੱਢੀਆਂ ਨੇ? ਕਹੇ ਜੱਟ ਜਹ ਬੁਟਰਨ ਬਾਏ, ਕਹਿਣ ਲੱਗਾ ਉਹ ਸਾਹਿਬ ਰਾਏ ਜੱਟ ਕਹਿਣ ਲੱਗਾ ਉਹ ਬੁੱਟਰ ਗੋਤ ਦਾ ਜਿਹੜਾ ਬੁੱਟਰਾਂ ਦੀ ਵਾਏ ਹੈ। ਪਿੰਡ ਵਿੱਚ ਹੋਰ ਵੀ ਜਾਤਾਂ ਸਨ ਪਰ ਬੁੱਟਰਾਂ ਦੇ ਘਰ ਜ਼ਿਆਦਾ ਹੋਣ ਕਰਕੇ ਬੁੱਟਰਾਂ ਦੀ ਵਾਂ ਕਹਿੰਦੇ ਸੀ। ਡੱਲ ਵਾਂ ਇਹ ਦੋ ਪਿੰਡ ਨੇ ਨੇੜੇ ਨੇੜੇ। ਸੋ ਵਾਂ ਪਿੰਡ ਵਿੱਚ ਤਾਰਾ ਸਿੰਘ ਬੁੱਟਰ ਰਹਿੰਦਾ ਹੈ। ਤਹ ਬਹਿਓ ਤਾਰਾ ਸਿੰਘ ਬੁੰਗੋ ਚਿਨਾਏ, ਗੁੰਗਾ ਚਣਾ ਕੇ ਬੜਾ ਉੱਚਾ ਤੇ ਉੱਥੇ ਨਿਸ਼ਾਨ ਲਾ ਕੇ ਬੈਠਾ ਹੋਇਆ ਹੈ। ਦਇਓ ਰੌਲ ਉਨ ਗਿਰਦੇ ਪਾਏ, ਉਹਨੇ ਸਾਰੇ ਇਲਾਕੇ 'ਚ ਧੂਮ ਮਚਾਈ ਹੋਈ ਹੈ। ਤਉ ਹਾਕਮ ਉਸ ਪੁੱਛੀ ਸਲਾਹੇ, ਹਾਕਮ ਨੇ ਉਹਨੂੰ ਫਿਰ ਪੁੱਛਿਆ ਕਿਤਕ ਜਮਈਅਤ ਹੈ ਤੇ ਪਾਹੇ, ਇਹ ਦੱਸ ਵੀ ਤਾਰਾ ਸਿੰਘ ਦੇ ਕੋਲ ਸਿੰਘ ਕਿੰਨੇ ਕਿੰਨੇ, ਫੌਜ ਕਿੰਨੀ ਕੁ ਹੈ? ਜੱਟ ਕਹੀ ਉਸ ਪੈ ਗੜ ਨਾਹੀ, ਅੱਗੋਂ ਜੱਟ ਕਹਿਣ ਲੱਗਾ ਸਾਹਿਬ ਰਾਏ
ਕਹਿੰਦਾ ਤਾਰਾ ਸਿੰਘ ਦੇ ਕੋਲ ਕੋਈ ਬਹੁਤੀ ਫੌਜ ਨਹੀਂ ਤੇ ਕਿਲਾ ਵੀ ਕੋਈ ਨਹੀਂ ਕੋਈ। ਦੋ ਇੱਕ ਚੁਬਾਰੇ ਹੈ ਉਨ ਪਾਹੀ, ਇੱਕ ਦੋ ਚੁਬਾਰੇ ਨੇ ਛੋਟੇ ਛੋਟੇ ਜਿਨ੍ਹਾਂ 'ਚ 10-20 ਬੰਦੇ ਰਹਿੰਦੇ ਨੇ। 10-20 ਸਿੰਘ ਤਉ ਸਦ ਹੀ ਰਹੈ, 10-20 ਸਿੰਘ ਰਹਿੰਦੇ ਨੇ ਉਹਦੇ ਕੋਲ। 10-5 ਔਰ ਵੀ ਆਵਹਿ ਜਹੈ, 10-5 ਹੋਰ ਆਣ ਜਾਣ ਵਾਲੇ ਨੇ। ਵੱਧ ਤੋਂ ਵੱਧ 30 ਬੰਦੇ ਰਹਿੰਦੇ ਨੇ। ਕਿਸ ਨੇ ਜੋ ਕਿਸ ਪਹਿ ਤਲਵਾਰ, ਤੇ ਉਹਨਾਂ ਕੋਲ ਕਿਸੇ ਕੋਲ ਬਰਛਾ ਤੇ ਕਿਸੇ ਕੋਲ ਗਾਤਰੇ ਤਲਵਾਰ ਹੁੰਦੀ ਹੈ। ਕਈ ਰਹਿ ਤਹ ਬਿਨ ਹਥਿਆਰ, ਤੇ ਕਈ ਬਿਨਾਂ ਹਥਿਆਰ ਦੇ ਹੀ ਰਹਿੰਦੇ। ਲੰਗਰ ਪਕਾਉਣ ਵਾਲੇ ਦੇਗੀਏ ਸਿੰਘ ਲੰਗਰ ਪ੍ਰਸ਼ਾਦ ਬਣਾਉਂਦੇ, ਉਹ ਤਾਂ ਸਾਧੂ ਜੇ ਵਿਚਾਰੇ, ਉਹਨਾਂ ਤਾਂ ਉੱਦੀ ਦੌੜ ਜਾਣਾ। ਜਿਹੜੇ ਬਰਛਿਆਂ ਵਾਲੇ ਬੰਦੂਕਾਂ ਵਾਲੇ ਹਨ ਉਹ ਵੀ 30 ਹਨ। ਉਹ ਜਿਹੜੇ ਨੇ ਉਹ ਭਾਵੇਂ ਲੜ ਲੈਣ, ਹਥਿਆਰ ਉਹਨਾਂ ਕੋਲ ਚੰਗੇ ਕੋਈ ਨਹੀਂ। ਸੁਣ ਹਾਕਮ ਚੜਿਓ ਪੱਟੀਆਂ ਧਾਏ, ਉਸ ਵੇਲੇ ਹਾਕਮ ਪੱਟੀਓਂ ਤੁਰ ਪਿਆ, ਉਸੇ ਵੇਲੇ ਫੌਜ ਲੈ ਕੇ। ਮੋਹਰੇ ਤੋਰਿਓ ਕਰ ਸਾਹਿਬ ਰਾਏ, ਉਹਨੇ ਸਾਹਿਬ ਰਾਏ ਨੂੰ ਅੱਗੇ ਲਾ ਲਿਆ ਵੀ ਤੂੰ ਚੱਲ ਦੱਸ ਕਿੱਥੇ ਆ ਡੇਰਾ ਤਾਰਾ ਸਿੰਘ ਦਾ। 80 ਪਿਆਦੇ 25 ਅਸਵਾਰ, 80 ਪੈਦਲ ਤੇ 25 ਘੋੜ ਸਵਾਰ, 105 ਬੰਦਿਆਂ ਦੀ ਫੌਜ ਲੈ ਕੇ ਪੱਟੀਓਂ ਚੜਿਆ। ਤੁਰੇ ਧੁਰੋਂ ਕਰਤ ਮਾਰੋ ਮਾਰ, ਜਾਫਰ ਬੇਗ ਪੱਟੀ ਦਾ ਜਿਹੜਾ ਸੂਬੇਦਾਰ ਸੀਗਾ, ਉੱਥੋਂ ਲੈ ਕੇ 105 ਬੰਦਿਆਂ ਦੀ ਫੌਜ ਮਾਰੋ ਮਾਰ ਕਰਦਾ ਵਾਂ ਪਿੰਡ ਨੂੰ ਆ ਰਿਹਾ। ਦੋਹਰਾ ਫੁਰਤੀ ਤੇ ਵਹਿ ਆਇਓ, ਮਤ ਸਿੰਘ ਸੁਣ ਨਠ ਜਾਏ। ਉਹ ਰਾਤ ਨੂੰ ਚੜਿਆ ਬਈ ਫੁਰਤੀ ਨਾਲ ਆਇਆ ਵੀ ਕਦੇ ਸਿੰਘਾਂ ਨੂੰ ਪਤਾ ਨਾ ਲੱਗ ਜੇ ਤੇ ਸਿੰਘ ਦੌੜ ਨਾ ਜਾਣ ਕਿਤੇ। ਲਈਅਗ ਘੇਰ ਸਵੇਰ ਤਉ ਦਈਅਗ ਲਾਹੌਰ ਪਹੁੰਚਾਏ, ਸਵੇਰ ਤੱਕ ਜਾਂਦੇ ਸੁੱਤੇ ਪੇ ਬੰਨ ਲਈਏ ਤੇ ਬੰਨ ਕੇ ਇਹਨਾਂ ਨੂੰ ਲਾਹੌਰ ਪਹੁੰਚਾ ਦਈਏ ਤੇ ਨਵਾਬ ਜ਼ਖਰੀਏ ਤੋਂ ਇਨਾਮ ਲਈਏ। ਜਾਓ ਪਈ ਇਬ ਬਘੇਲ ਸਿੰਘ ਬਾਣੀ ਭੋਗ ਪਾਇਓ, ਇਧਰ ਬਾਬਾ ਬਘੇਲ ਸਿੰਘ ਜੀ ਅੰਮ੍ਰਿਤ ਵੇਲੇ ਬਾਣੀ ਦਾ ਪਾਠ ਨਿਤਨੇਮ ਕਰਕੇ ਬਾਣੀ ਦਾ ਭੋਗ ਪਾ ਕੇ ਕਰ ਅਰਦਾਸ ਸਿੰਘ ਜੰਗਲ ਧਾਇਓ, ਅਰਦਾਸਾ ਕਰਕੇ ਗੜਵਾ ਲੈ ਕੇ ਜੰਗਲ ਪਾਣੀ ਨੂੰ ਤੁਰ ਪਿਆ ਸਿੰਘ ਅੰਮ੍ਰਿਤ ਵੇਲੇ। ਆਵਤ ਫੌਜ ਤੁਰਕ ਨਦਰ ਉਸ ਆਈ, ਕੋਈ ਅੱਧਾ ਕੁ ਕਿਲੋਮੀਟਰ ਡੇਰਿਓਂ ਬਾਹਰ ਆਇਆ ਸੀ ਕਿ ਭਾਈ ਬਾਬਾ ਬਘੇਲ ਸਿੰਘ ਨੂੰ ਨਜ਼ਰ ਆਇਆ ਬਈ ਤੁਰਕਾਂ ਦੀ ਫੌਜ ਆ ਗਈ। ਇਹ ਉਹੀ ਬਘੇਲ ਸਿੰਘ ਆ ਜਿਹੜਾ ਘੋੜੀਆਂ ਕੱਢ ਕੇ ਲੈ ਆ। ਸੋ ਇਹ ਇਕੱਲਾ ਹੀ ਸਿੰਘ ਜੰਗਲ ਪਾਣੀ ਨੂੰ ਜਦੋਂ ਸਵੇਰੇ ਸਵੇਰੇ ਗਿਆ, ਥੀ ਤੁਰਕਨ ਸਿਰ ਸਿੰਘਨ ਅਵਾਈ, ਉਸ ਵੇਲੇ ਖਾਲਸਾ ਜੀ ਪਤਾ ਤੇ ਹੈ ਹੀ ਸੀ ਵੀ ਹੁਣ ਇਹਨਾਂ ਨੇ ਆਉਣਾ ਹੀ ਹੈ। ਤਿਆਰੀਆਂ ਤਾਂ ਮਾੜੀਆਂ ਮੋਟੀਆਂ ਸਿੰਘ ਕਰੀ ਬੈਠੇ ਸਨ। ਹੱਥ ਨੇਜੋ ਉਸ ਗਾਤਰੈ ਤਲਵਾਰ, ਤੇ ਸਿੰਘਾਂ ਦੀ ਮਰਜ਼ਾਦਾ ਹੈ। ਅੱਜ ਕੱਲ ਤੇ ਮੈਂ ਦੇਖਿਆ ਜੇ ਲੈਟਰਨ ਬਾਥਰੂਮ ਜਾਣਾ ਹੋਵੇ ਨਾ, ਕਈ ਸਿਰ ਤੇ ਕਿਰਪਾਨ ਬੰਨਣਗੇ, ਕਈ ਬੜੇ ਔੜ ਪੌੜ ਕਰਨਗੇ, ਚਲੋ ਠੀਕ ਹੈ। ਪਰ ਪੁਰਾਤਨ ਸਿੰਘ ਜਾਂਦੇ ਸੀ ਨਾ ਜੰਗਲ, ਗਾਤਰੇ ਤਲਵਾਰ ਬਰਛਾ ਸਾਰਾ ਨਾਲ ਲੈ ਕੇ ਜਾਂਦੇ ਸੀ। ਇਹ ਥੋੜਾ ਵੀ ਘਰ ਸ਼ਸਤਰ ਚੁੱਕਣ ਆਵਾਂਗੇ ਉਸ ਵੇਲੇ। ਸੋ ਗਾਤਰੇ ਤਲਵਾਰ ਢਾਲ ਬਰਛਾ ਗੜਵਾ ਕੋਲ ਸੀਗਾ ਉਹਦੇ। ਗੜਵੋ ਜਲ ਦੂਏ ਹੱਥ ਸੌਚ ਵਾਰ, ਸਭ ਲੋਹੇ ਦਾ ਗੜਵਾ ਹੱਥ ਵਿੱਚ ਸੀ, ਖੱਬੇ ਤੇ ਸੱਜੇ 'ਚ ਬਰਛਾ ਸੀ। ਵੇਖ ਸਿੰਘ ਚਿਤ ਮਤਾ ਮਤਾਇਆ, ਸਾਹਮਣੇ ਤੁਰਕਾਂ ਦੀ ਫੌਜ ਘੋੜਿਆਂ ਦੀ ਟਾਪ ਸੁਣੀ। ਬਘੇਲ ਸਿੰਘ ਨੇ ਸੋਚਿਆ ਅਬ ਖਬਰ ਕਰਨ ਜਾਓ ਜੇ ਪਿਛਲੇ ਦਾਇਆ, ਆ ਕਹਿੰਦੇ ਜੇ ਮੈਂ ਹੁਣ ਪਿਛਲੇ ਸਿੰਘਾਂ ਨੂੰ ਜਾ ਕੇ ਖਬਰ ਕਰਾਂ ਵੀ ਸਿੰਘੋ ਤੁਰਕਾਂ ਦੀ ਫੌਜ ਆ ਗਈ ਹੈ, ਉਠੋ ਜਾਗ ਤਿਆਰ ਪਰ ਤਿਆਰ ਹੋਵੋ। ਜੇ ਮੈਂ ਪਿਛਲਿਆਂ ਨੂੰ ਖਬਰ ਕਰਨ ਗਿਆ, ਸਿੰਘ ਕਹਾਂਗੇ ਡਰ ਮੁੜ ਆਇਆ, ਤੇ ਸਿੰਘ ਕਹਿਣਗੇ ਵੀ ਬਘੇਲ ਸਿੰਘ ਡਰ ਕੇ ਆ ਗਿਆ, ਮੁੜ ਕੇ ਆ ਗਿਆ ਡਰ ਕੇ ਤੁਰਕਾਂ ਤੋਂ। ਇਨ ਨੇ ਹੀ ਥੋ ਦੰਗੋ ਉਠਾਇਆ, ਫਿਰ ਉਹ ਕਹਿਣਗੇ ਛੇੜ ਵੀ ਇਹਨੇ ਛੇੜੀ ਸੀ ਤੇ ਆਪ ਭੱਜ ਕੇ ਆ ਗਿਆ। ਉਨ ਕੋ ਖਬਰ ਆਪੇ ਹੋਏ ਆਊਗੋ, ਬਘੇਲ ਸਿੰਘ ਸੋਚਦਾ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਜਦੋਂ ਇੱਥੇ ਠਾ ਠਾ ਕਰਾਂਗੇ। ਮਾਰ ਕੂਟ ਜਬ ਜੰਗ ਕੀ ਪਾਊਗੋ, ਜਦੋਂ ਮਾਰ ਕੁੱਟ ਕਰਾਂਗੇ ਜੰਗ ਮਚਾਵਾਂਗੇ, ਪਿਛਲੇ ਆਪੇ ਜਾਗ ਪੈਣਗੇ। ਉਨ ਦਇਓ ਲਲਕਾਰੋ ਤੁਰਕਨ ਬੁਲਾਏ, ਅੱਗੋਂ ਬਾਬਾ ਬਘੇਲ ਸਿੰਘ ਨੇ ਫਿਰ ਆਉਂਦੀ ਹੋਈ ਤੁਰਕਾਂ ਦੀ ਫੌਜ ਨੂੰ ਲਲਕਾਰਾ ਮਾਰਿਆ। ਤੁਮ ਤੁਰਿਓ ਅੱਗੇ ਹਮ ਬਾਤ ਸੁਣਾਏ, ਉਹ ਕਹਿਣ ਲੱਗੇ ਕਿੱਧਰ ਜਾਂਦੇ ਹੋ? ਜਵਾਈ ਤਾਂ ਆ ਖੜਾ ਤੁਹਾਡਾ। ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾ ਕੇ ਲਲਕਾਰ ਦਿੱਤਾ ਫੌਜਾਂ ਨੂੰ। ਸੋ ਸਾਹਿਬ ਰਾਏ ਲਿਓ ਪਛਾਣ, ਸਾਹਿਬ ਰਾਏ ਨੇ ਆਵਾਜ਼ ਪਛਾਣ ਲਈ। ਕਹਿਓ ਹਾਕਮ ਹੈ ਮਤ ਇਹ ਪਾਏ ਉਹ ਜਾਣ, ਕਹਿਣ ਲੱਗਾ ਖਾਨ ਸਾਹਿਬ
ਲੜਾਈ ਦੀ ਜੜ ਤੇ ਆ ਫਿਰਦੀ ਐ। ਜਹ ਹੈ ਸਿੰਘਨ ਮਹਿ ਬੜੀ ਬਿਆਦ, ਇਹ ਸਿੰਘਾਂ 'ਚ ਵੱਡੀ ਬਿਆਦ ਹੈ, ਇਹ ਸਾਰਿਆਂ ਤੋਂ ਵੱਡਾ ਲੜਾਕਾ ਯੋਧਾ ਹੈ ਇਹ। ਇਸ ਇੱਕ ਮਾਰੇ ਹੋਏ ਜਹ ਆਦ, ਇਹਨੂੰ ਮਾਰਿਆ ਅੱਧਾ ਕੰਮ ਹੋ ਜਾਣਾ, ਕੱਲੇ ਨੂੰ ਮਾਰ ਲੋ ਅੱਧੇ ਮਾਰ ਕੇ ਸਮਝੋ ਸਿੱਖ। ਯਹੀ ਚੋਰ ਹੈ ਘੋੜੀਆਂ ਵਾਰੋ, ਇਹ ਬਘੇਲ ਸਿੰਘ ਹੈ ਜਿਹੜਾ ਮੇਰੀਆਂ ਘੋੜੀਆਂ ਕੱਢ ਕੇ ਲੈ ਗਿਆ, ਉਹਦੀ ਆਵਾਜ਼ ਹੈ, ਉਹੀ ਗਰਜਦਾ ਪਿਆ ਹੈ ਸਿੰਘਾ ਮਦ ਬਡੋ ਖਵਾਰੋ। ਇਹ ਸਿੰਘਾਂ ਵਿੱਚ ਸਭ ਤੋਂ ਭਿਅੰਕਰ ਯੋਧਾ ਹੈ। ਦੋਹਰਾ ਤਉ ਹਾਕਮ ਹੱਲਾ ਕੀਓ, ਮਤ ਸਿੰਘ ਪਾਵੈ ਜਾਣ। ਤੇ ਹਾਕਮ ਨੇ ਹੱਲਾ ਬੋਲਦਾ ਕਹਿੰਦਾ ਫੜ ਲੋ ਇਹਨੂੰ, ਬਘੇਲ ਸਿੰਘ ਕਿਤੇ ਦੌੜ ਨਾ ਜਾਏ। ਸਿੰਘ ਭੀ ਅੱਗਿਓਂ ਕੁਦ ਪਇਓ, ਤਹੀਂ ਮਚ ਗਇਓ ਘਾਣ। ਉੱਥੇ ਸਿੰਘ ਨੇ ਵੀ ਆਪਣਾ ਨੇਜਾ ਤਿੱਖਾ ਕਰ ਲਿਆ, ਘਾਣ ਦਾ ਕਮਸਾਨ ਦਾ ਯੁੱਧ ਮਚ ਗਿਆ। ਚਾਉ ਪਈ ਓਏ ਤੀਰ ਬੰਦੂਕ ਤੱਕ ਉਸੇ ਚਲਾਹੇ, ਉਹ ਕੱਲੇ ਬਘੇਲ ਸਿੰਘ ਨੂੰ ਸੈਂਕੜੇ ਬੰਦੇ ਘੇਰ ਕੇ ਤੀਰਾਂ ਗੋਲੀਆਂ ਨਾਲ ਮਾਰਨ ਲੱਗੇ। ਵਹਿ ਰਲ ਗਇਓ ਉਨਹੀ ਮਾਹੇ, ਪਰ ਉਹ ਸ਼ੇਰ ਦੀ ਤਰ੍ਹਾਂ ਛਾਲ ਮਾਰ ਕੇ ਉਹਨਾਂ ਦੇ ਵਿੱਚ ਜਾ ਵੜਿਆ। ਉਨ ਕੇ ਸ਼ਸਤਰ ਉਨ ਲੱਗ ਪਾਹੇ, ਤੇ ਉਹਨਾਂ ਦੇ ਸ਼ਸਤਰ ਉਹਨਾਂ ਨੂੰ ਵੀ ਲੱਗਣ ਲੱਗ ਪਏ। ਰਾਤ ਹਨੇਰੀ ਸਮਝ ਨਾ ਆਹੇ, ਰਾਤ ਹਨੇਰੀ ਸੀ, ਸਮਝ ਹੀ ਨਹੀਂ ਆਉਂਦੀ ਕਿੱਧਰ ਗੋਲੀ ਚਲਾਈਏ ਤੇ ਕਿੱਧਰ ਵਾਰ ਕਰੀਏ। ਕਿਸੈ ਨੇਜਾ ਕਿਸ ਮਾਰੈ ਤਲਵਾਰ, ਕਿਸੇ ਨੂੰ ਨੇਜਾ ਮਾਰਦਾ, ਕਿਸੇ ਨੂੰ ਤਲਵਾਰ ਤੇ ਝਟਕੀ ਜਾਂਦਾ ਦੁਸ਼ਮਣਾਂ ਨੂੰ। ਉੱਪਰ ਘੋੜਿਆਂ ਸਿੰਘ ਤੁਰਤ ਦਏ ਡਾਰ, ਆ ਘੋੜਿਆਂ ਤੋਂ ਸੁੱਟ ਕੇ ਥੱਲੇ ਮਾਰਦਾ ਪਲਟ ਕੇ। ਇੱਕ ਹੁਤੋ ਭਤੀਜੋ ਉਸ ਫੌਜਦਾਰ, ਜਾਫਰ ਬੇਗ ਦਾ ਇੱਕ ਭਤੀਜਾ ਸੀ, ਫੌਜਦਾਰ ਦਾ ਭਤੀਜਾ ਸੀ। ਰੌਲੇ ਗੌਲੇ ਮੈਂ ਵਹਿ ਭਇਓ ਮਾਰ, ਉਹ ਵੀ ਭਾਈ ਬਘੇਲ ਸਿੰਘ ਦੇ ਬਰਛੇ ਦਾ ਸ਼ਿਕਾਰ ਹੋ ਗਿਆ, ਮਾਰਿਆ ਗਿਆ। ਸੱਕਾ ਭਤੀਜਾ ਮਾਰ ਦਿੱਤਾ ਪੱਟੀ ਦੇ ਨਵਾਬ ਦਾ। ਕਿਆ ਜਾਣੋ ਕਿਸ ਤੈ ਲੱਗ ਗਈ, ਪਤਾ ਨਹੀਂ ਕਿਹਦੇ ਤੋਂ ਵੱਜੀ ਖੇਡ, ਤਲਵਾਰ ਚੱਲ ਗਈ। ਨਾਏ ਬਘੇਲ ਸਿੰਘ ਫਤਿਹ ਸੋ ਆਈ, ਪਰ ਫਤਿਹ ਬਘੇਲ ਸਿੰਘ ਨੂੰ ਹੀ ਆਈ। ਉਹ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰੇ, ਕੱਲੇ ਨੇ ਕਈ ਫੜਕਾ ਦਿੱਤੇ। ਤਉ ਲਉ ਆਣ ਪਿਆਦੇ ਪਏ, ਜਦੋਂ ਭਾਈ ਬਘੇਲ ਸਿੰਘ ਨੂੰ ਚਾਰੇ ਪਾਸਿਓਂ ਪਿਆਦਿਆਂ ਨੇ ਘੇਰ ਲਿਆ, ਮਾਰ ਗੋਲੀ ਸਿੰਘ ਪੱਟ ਭੰਨ ਦਏ। ਉਹਨਾਂ ਨੇ ਗੋਲੀਆਂ ਮਾਰ ਕੇ ਪੱਟ ਭੰਨੇ, ਪਹਿਲਾਂ ਦੌੜੇ ਨਾ ਸਿੰਘ। ਚੱਲੀ ਬੰਦੂਕ ਸਿੰਘਨ ਸੁਣ ਪਾਈ, ਜਦੋਂ ਗੋਲੀਆਂ ਦੀ ਆਵਾਜ਼ ਡੇਰੇ ਵਾਲੇ ਸਿੰਘਾਂ ਨੂੰ ਪਹੁੰਚੀ, ਤਾਰਾ ਸਿੰਘ ਨੂੰ ਪਤਾ ਲੱਗਾ। ਨਿਕਲ ਸਿੰਘਨ ਦਈ ਭਜਾਏ ਲੜਾਈ, ਉਹ ਵੀ ਦੌੜ ਕੇ ਬੰਦੂਕਾਂ ਤਲਵਾਰਾਂ ਲੈ ਕੇ ਉਧਰ ਨੂੰ ਦੌੜੇ ਜਿੱਧਰ ਤੁਰਕਾਂ ਦੀ ਫੌਜ ਆਈ ਲੜ ਰਹੀ ਸੀ ਬਘੇਲ ਸਿੰਘ ਨਾਲ। ਤੁਰਕ ਚਾਲੂ ਕਰ ਦਏ ਹਟਾਏ, ਸਿੰਘਾਂ ਨੇ ਜਾਂਦੇ ਹੀ ਤੁਰਕਾਂ ਨੂੰ ਚਾਲੂ ਕਰ ਦਿੱਤਾ ਤੇ ਭਾਜੜ ਪਾਤੀ ਤੇ ਜਾਫਰ ਬੇਗ ਪੱਟੀ ਦਾ ਜੁੱਤੀਆਂ ਛੱਡ ਕੇ ਭੱਜ ਗਿਆ। ਮੋਏ ਦੁਇਓ ਭਾਈ ਪਰ ਦੁਇਓ ਭਰਾਏ, ਦੋ ਦੇ ਭਤੀਜੇ ਤੇ ਦੋ ਦੇ ਭਰਾ ਮਾਰੇ ਗਏ ਤੇ ਆਪ ਵੀ ਜ਼ਖਮੀ ਹੋ ਕੇ ਮੁੜਿਆ। ਦੋਹਰਾ ਹੋਏ ਚਾਲੂ ਫੌਜਦਾਰ ਮੁੜ ਉਤਰਿਓ ਕੰਬੂ ਕੀ ਜਾਏ। ਉੱਥੋਂ ਦੌੜ ਕੇ ਨਾ ਉਹ ਆਪਣੇ 100 ਸਿਪਾਹੀਆਂ ਚੋਂ ਅੱਧੇ ਪਚੱਧੇ ਮਰਵਾ ਕੇ ਆਪ ਦੋ ਭਤੀਜੇ ਤੇ ਦੋ ਭਰਾ ਮਰਵਾ ਕੇ ਕੰਬੋ ਕੀ ਮਾੜੀ ਤੇ ਸੁੱਖਾ ਸਿੰਘ ਦਾ ਪਿੰਡ ਹੈ, ਕੰਬੋ ਕੀ ਪਿੰਡ ਜਾ ਠਹਿਰਿਆ। ਹੁਣ ਡੇਰ ਲਹੌਰੈ ਰੁਖ ਕੀਓ, ਫਿਰ ਯਾਦ ਨਬਾਹਬੈ ਪਾਹੇ। ਆਪਣੇ ਭਤੀਜਿਆਂ ਦੀਆਂ ਲੋਥਾਂ ਚੁੱਕ ਕੇ ਲਾਹੌਰ ਨੂੰ ਹੀ ਤੁਰ ਗਿਆ, ਪੱਟੀ ਨਹੀਂ ਗਿਆ। ਕਹਿੰਦਾ ਵੱਡੇ ਖਾਨ ਨੂੰ ਰੋਈਏ ਪਿੱਟੀਏ ਜਾ ਕੇ ਵੀ ਸਾਡਾ ਤਾਂ ਟੱਬਰ ਹੀ ਮਾਰ ਛੱਡਿਆ ਜੇ। ਸੋ ਖਾਲਸਾ ਜੀ, ਹੁਣ ਲਾਹੌਰ ਤੋਂ ਫੌਜਾਂ ਆਉਣੀਆਂ ਨੇ, ਉਹ ਜੰਗ ਕੱਲ ਨੂੰ ਆਪਾਂ ਸੁਣਾਂਗੇ ਭਾਈ ਤਾਰਾ ਸਿੰਘ ਜੀ ਦਾ। ਸੋ ਕੁਝ ਮਿੰਟ ਜ਼ਿਆਦਾ ਹੋ ਗਏ, 5-7 ਮਾਫੀ ਚਾਹੁੰਦੇ ਆ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਏ ਸਮਰਾਥ ਅਗੰਮ ਪੂਰਨ ਮੋਹਿ ਮਇਆ ਅੰਧ ਕੂਪ ਮਹਾ ਭਿਆਨ ਨਾਨਕ ਪਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ, ਏਕ ਅੱਖਰ ਹਰ ਮਨ ਬਸਤ।